तो सबसे पहले मैं डॉक्टर रविंदर सिंह जी को मैं आमंत्रित करता हूँ कि वो अपना पर्चा प्रस्तुत करें। डॉक्टर रविंदर सिंह जी दिल्ली यूनिवर्सिटी में प्रोफ़ेसर हैं और वो उनका जो अध्ययन का जो एरिया है वो मेडिएवल लिटरेचर भी है और दूसरे जो सब्जेक्ट्स पर भी बोलते हैं। बहुत अच्छे स्पीकर हैं, बहुत बड़े विद्वान हैं। मैं उनको पहले गुज़ारिश करूँगा कि वो अपना पर्चा प्रस्तुत करें। डॉक्टर रविंदर सिंह जी। ਧੰਨਵਾਦ ਪ੍ਰੋਫੈਸਰ ਰਵੇਲ ਸਿੰਘ ਜੀ। ਧੰਨਵਾਦ ਪ੍ਰੋਫੈਸਰ ਰਵੇਲ ਸਿੰਘ ਜੀ। ਸੈਮੀਨਾਰ ਦੇ ਹਾਲ ਵਿੱਚ ਮੌਜੂਦ ਗੁਰੂਜਨ ਪ੍ਰੋਫੈਸਰ ਕਪਿਲ ਕਪੂਰ ਜੀ, ਡਾਕਟਰ ਜਗਵੀਰ ਸਿੰਘ ਜੀ ਤੇ ਇਸ ਸੈਮੀਨਾਰ ਦੇ ਕਨਵੀਨਰ ਡਾਕਟਰ ਮਨਮੋਹਨ ਸਿੰਘ ਜੀ, ਵਿਦਵਾਨ ਦੋਸਤੋ, ਮੈਂ ਪਹਿਲਾਂ ਸੋਚਿਆ ਸੀਗਾ ਜ਼ਬਾਨੀ ਬੋਲਾਂਗਾ ਤੇ ਹਿੰਦੀ ਦੇ ਵਿੱਚ ਆਪਣਾ ਜਿਹੜਾ ਲੈਕਚਰ ਦੇਵਾਂਗਾ, ਪਰ ਮੈਨੂੰ ਲੱਗਿਆ ਪੰਜਾਬੀ ਦੇ ਵਿੱਚ ਮੈਂ ਪੇਪਰ ਪੜ੍ਹਨਾ ਪਸੰਦ ਕਰਾਂਗਾ ਜਿੰਨਾ ਹੋ ਸਕੇ, ਤੇ ਜਿੱਥੇ ਮੈਨੂੰ ਲੱਗਿਆ ਮੈਂ ਪੇਪਰ ਛੱਡ ਕੇ ਆਪਣੀ ਗੱਲ ਜਿਹੜੀ ਨਾ ਤੁਹਾਡੇ ਨਾਲ ਵੈਸੇ ਸਾਂਝੀ ਕਰ ਲਵਾਂਗਾ। ਮੇਰਾ ਪੇਪਰ ਦਾ ਜਿਹੜਾ ਸੰਬੰਧ ਹੈ, ਵਿਸ਼ਾ ਹੈ, ਉਹ ਇਤਿਹਾਸਕ ਪ੍ਰਸੰਗਿਕਤਾ ਦੇ ਨਾਲ ਹੈ, ਬਲੀਦਾਨ ਦੀ। ਬਲੀਦਾਨ ਜਿਹੜਾ ਇੱਥੇ ਸ਼ਬਦ ਜਿਵੇਂ ਸਵੇਰੇ ਸ਼ਹਾਦਤ, ਬਲੀਦਾਨ ਜਾਂ ਜੋ ਵੀ ਚੱਲ ਰਿਹਾ ਸੀ, ਪ੍ਰੈਜ਼ੈਂਟ ਕੰਟੈਕਸਟ ਦੇ ਵਿੱਚ ਇਹਦਾ ਮੀਨਿੰਗ ਬਲੀ ਤੋਂ ਜਦੋਂ ਇਹ ਦਾਨ ਜੁੜ ਗਿਆ ਨਾ, ਬਲੀਦਾਨ ਬਣ ਗਿਆ, ਤਾਂ ਇਹਦਾ ਮੀਨਿੰਗ ਬਲੀ ਵਾਲਾ ਪੁਰਾਣਾ ਖਤਮ ਹੋ ਚੁੱਕਿਆ ਸੀਗਾ। ਔਰ ਦਾਨ ਆਪਣੇ ਆਪ ਦੇ ਵਿੱਚ ਬਹੁਤ ਹੀ ਲਾਸਾਨੀ ਚੀਜ਼ ਹੈ ਤੇ ਸਾਡੀ ਸੱਭਿਅਤਾ ਦੇ ਵਿੱਚ ਕਹੀਏ ਤਾਂ ਦਾਨ ਦਾ ਸ਼ੁਰੂਆਤ ਜਿਹੜੀ ਹੈ ਨਾ ਦਾਨ ਦੀ, ਔਰ ਉਹਦੇ ਵਿੱਚ ਆਪਣਾ ਦਾਨ ਦੇ ਦੇਣਾ, ਬਲੀਦਾਨ ਦੇ ਦੇਣਾ, ਇਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ। ਬਾਕੀ ਕਨਸੈਪਟ ਜਿਹੜੇ ਹੈਗੇ ਇਹਦੇ ਨਾਲ ਅਸੀਂ ਉਹਦੇ ਤੇ ਡਿਬੇਟ ਕਰ ਸਕਦੇ ਹਾਂ, ਪਰ ਮੈਨੂੰ ਲੱਗਦਾ ਬਲੀਦਾਨ ਤੇ ਡਿਬੇਟ ਨਹੀਂ ਹੋ ਸਕਦੀ, ਪਿਓਰ ਫਾਰਮ ਹੈਗੀ। ਤੇ ਮੈਂ ਆਪਣਾ ਪੇਪਰ ਸ਼ੁਰੂ ਕਰ ਦਿਆਂ ਜੀ ਤੁਹਾਡੀ ਇਜਾਜ਼ਤ ਨਾਲ। ਭਾਰਤੀ ਇਤਿਹਾਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਰਮ ਦੀ ਰੱਖਿਆ ਖਾਤਰ ਕੀਤਾ ਬਲੀਦਾਨ ਇੱਕ ਅਦੁੱਤੀ ਘਟਨਾ ਹੈ। ਮੱਧਕਾਲ ਵਿੱਚ ਜਿਸ ਪ੍ਰਕਾਰ ਦੇ ਕਤਲੋ ਗਾਰਤ ਦੀਆਂ ਪ੍ਰਸਥਿਤੀਆਂ ਪੈਦਾ ਹੋ ਰਹੀਆਂ ਸਨ, ਉਸ ਕਾਰਨ ਮਾਨਵੀ ਅਧਿਕਾਰਾਂ ਦੀ ਦੁਰਗਤੀ ਹੋ ਰਹੀ ਸੀ। ਡਰ ਅਤੇ ਖੌਫ ਦਾ ਮਾਹੌਲ ਸੀ। ਇੱਕ ਜ਼ਾਲਮ ਸੱਤਾ ਦਾ ਹੀ ਬੋਲਬਾਲਾ ਸੀ ਅਤੇ ਜੋ ਪੂਰੇ ਭਾਰਤੀ ਸਮਾਜ ਨੂੰ ਜਬਰੀ ਇੱਕੋ ਰੰਗ ਵਿੱਚ ਬਦਲ ਦੇਣਾ ਚਾਹੁੰਦੀ ਸੀ। ਅਜਿਹੀ ਚੁਣੌਤੀਪੂਰਨ ਦੌਰ ਵਿੱਚ ਗੁਰੂ ਸਾਹਿਬ ਇੱਕ ਅਦੁੱਤੀ ਸ਼ਕਤੀ ਅਤੇ ਮਿਸਾਲ ਬਣ ਗਏ, ਜਿਨ੍ਹਾਂ ਨੇ ਭਾਰਤ ਦੇ ਬਹੁਲਵਾਦੀ ਸਮਾਜ ਸੱਭਿਆਚਾਰ ਦੀ ਧਾਰਮਿਕ ਵੰਨ ਸੁਵੰਨਤਾ ਦੀ ਰਾਖੀ ਲਈ ਇੱਕ ਅਹਿੰਸਕ ਕਦਮ ਚੁੱਕਿਆ ਅਤੇ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦੇ ਦਿੱਤਾ। ਇਹ ਬਲੀਦਾਨ ਕਿਸੇ ਇੱਕ ਫਿਰਕੇ ਜਾਂ ਸੰਪਰਦਾਇ ਦੇ ਹਿੱਤ ਲਈ ਨਹੀਂ, ਸਗੋਂ ਭਾਰਤੀ ਇਤਿਹਾਸ ਦੇ ਲੰਮੇ ਦੌਰ ਵਿੱਚੋਂ ਸਥਾਪਿਤ ਹੋਏ ਇੱਕ ਬ੍ਰਹਮ ਕੇਂਦਰਿਤ ਧਰਮ ਵਿਵਸਥਾ ਦੀ ਮਾਨਤਾ ਦੀ ਰਾਖੀ ਲਈ ਹੈ। ਗੁਰੂ ਸਾਹਿਬ ਵੱਲੋਂ ਉਸ ਇਤਿਹਾਸਕ ਮੋੜ ਤੇ ਲਏ ਫੈਸਲੇ ਨੇ ਭਾਰਤ ਦੇ ਰਾਜਸੀ, ਸਮਾਜੀ ਅਤੇ ਸੱਭਿਆਚਾਰਕ ਹਰ ਖੇਤਰ ਉੱਪਰ ਡੂੰਘਾ ਅਸਰ ਪਾਇਆ ਹੈ। ਹਥਲੇ ਪੇਪਰ ਦਾ ਮਨੋਰਥ ਉਹਨਾਂ ਇਤਿਹਾਸਕ ਪਹਿਲੂਆਂ ਉੱਪਰ ਚਰਚਾ ਕਰਨਾ ਲਾਜ਼ਮੀ ਮੈਂ ਮੰਨਦਾ ਤੇ ਉਹਦੇ ਨਾਲ ਹੀ ਇਹਦਾ ਸੰਬੰਧ ਹੈ। ਗੁਰੂ ਸਾਹਿਬਾਂ ਦੇ ਜੀਵਨ ਕਾਲ ਦੇ ਇਤਿਹਾਸ ਬਾਰੇ ਕੁਝ ਸਪਸ਼ਟ ਨਿਰਣੇ ਕਰ ਲੈਣੇ ਬਹੁਤ ਜ਼ਰੂਰੀ ਹਨ, ਕਿਉਂਕਿ ਜਦੋਂ ਤੱਕ ਅਸੀਂ ਮੱਧਕਾਲ ਦੇ ਇਤਿਹਾਸ ਦਾ ਭਾਰਤੀ ਸੱਭਿਅਤਾ ਦੀ ਦ੍ਰਿਸ਼ਟੀ ਤੋਂ ਪੁਨਰ ਨਿਰੀਖਣ ਨਹੀਂ ਕਰਦੇ, ਤਦ ਤੱਕ ਗੁਰੂਆਂ ਅਤੇ ਹੋਰਨਾਂ ਸੰਤਾਂ ਭਗਤਾਂ ਦੇ ਸਮਾਜਿਕ ਅਤੇ ਅਧਿਆਤਮਕ ਯੋਗਦਾਨ ਦਾ ਸੰਪੂਰਨ ਮੁਲਾਂਕਣ ਨਹੀਂ ਹੋ ਸਕਦਾ। ਵਿਸ਼ੇਸ਼ ਕਰਕੇ ਗੁਰੂ ਕਾਲ ਦੇ ਇਤਿਹਾਸ ਨੂੰ ਜਦੋਂ ਤੱਕ ਤਾੜਵੀਆਂ ਦੀਆਂ ਜਿੱਤਾਂ ਅਤੇ ਉਹਨਾਂ ਦੀ ਮਹਾਨਤਾ ਨੂੰ ਦਰਸਾਉਣ ਵਾਲੇ ਪ੍ਰਸੰਗਾਂ ਨਾਲ ਕਬੂਲ ਕੀਤਾ ਜਾਏਗਾ, ਤਦ ਤੱਕ ਗੁਰੂ ਸਾਹਿਬਾਂ ਦੇ ਕੀਤੇ ਲਾਸਾਨੀ ਕਾਰਜਾਂ ਨੂੰ ਵਿਆਪਕ ਪੱਧਰ ਤੇ ਸਹੀ ਥਾਂ ਦਿਵਾਉਣ ਵਿੱਚ ਰੁਕਾਵਟ ਹੀ ਬਣੀ ਰਹੇਗੀ। ਸਾਨੂੰ ਇੱਕ ਪੋਜੀਸ਼ਨ ਲੈਣੀ ਪੈਣੀ ਹੈ। ਬੇਸਿਕਲੀ ਅਸੀਂ ਇਹਦੇ ਵਿੱਚ ਜੇ ਕੋਈ ਸੈਕੂਲਰ ਸਮਝ ਕੇ ਕੋਈ ਚੀਜ਼ ਅਸੀਂ ਨਿਰਣਾ ਨਹੀਂ ਲੈਂਦੇ, ਤਾਂ ਜਿਸ ਰਿਸਪੌਂਸ ਦੇ ਵਿੱਚੋਂ ਸਿੱਖ ਮਤ ਖਾਲਸਾ ਪੰਥ ਦੇ ਵਿੱਚ ਬਣਦਾ, ਅਸੀਂ ਉਸ ਨੂੰ ਨਿਗੇਟ ਕਰ ਰਹੇ ਹੋਵਾਂਗੇ। ਵੀ ਐਕਚੁਅਲ ਮੁਲਾਂਕਣ ਨਹੀਂ ਹੋ ਸਕਦਾ ਜੇ ਅਸੀਂ ਔਰੰਗਜ਼ੇਬ ਦੇ ਰੋਲ ਨੂੰ ਵੀ ਕਿਸੇ ਉਸ ਹਿਸਟਰੀ ਦੇ ਕੰਟੈਕਸਟ 'ਚ ਹੀ ਦੇਖਾਂਗੇ ਜੋ ਸਾਨੂੰ ਅੱਜ ਤੱਕ ਪ੍ਰੋਵਾਈਡ ਕੀਤੀ ਗਈ ਹੈ। ਔਰ ਹਜੇ ਵੀ ਮੈਨੂੰ ਲੱਗਦਾ ਪੰਜਾਬ 'ਚ ਉਸੇ ਤਰ੍ਹਾਂ ਦੀ ਜਿਹੜੀ ਇਤਿਹਾਸ ਦੀ ਚੇਤਨਾ ਦਾ ਪ੍ਰਚਾਰ ਵੀ ਹੋ ਰਿਹਾ, ਪ੍ਰਸਾਰ ਵੀ ਹੋ ਰਿਹਾ। ਉਹਨੂੰ ਕਾਊਂਟਰ ਕਰਨ ਦੇ ਵਿੱਚ ਪੰਜਾਬੀ ਲੋਕ ਪਿੱਛੇ ਛੁਪ ਰਹੇ ਹੈ, ਕਰ ਨਹੀਂ ਰਹੇ ਹੁਣ। ਜੇਕਰ ਔਰੰਗਜ਼ੇਬ ਨੂੰ ਇੱਕ ਮਹਾਨ, ਇਮਾਨਦਾਰ
ਤੇ ਕੁਸ਼ਲ ਸ਼ਾਸਕ ਪ੍ਰਚਾਰਿਆ ਜਾਂਦਾ ਹੈ। ਇਹ ਮੈਂ ਬੈਕਗ੍ਰਾਉਂਡ ਦੇ ਵਿੱਚ ਪੰਜਾਬੀ ਦੇ ਜੋ ਇਤਿਹਾਸ ਲਿਖੇ ਗਏ ਨਾ ਉਹਨਾਂ ਦੇ ਵਿੱਚੋਂ ਮੈਂ ਕੋਟ ਕਰ ਰਿਹਾ, ਸਮਝ ਲਓ। ਆਪਣੇ ਮਤਲਬ ਪੰਜਾਬੀ 'ਚ ਲਿਖਿਆ ਤੇ ਤੁਸੀਂ ਰਿਲੇਟ ਕਰ ਸਕਦੇ ਹੋ ਕਿ ਕਿਹੜੀਆਂ ਗੱਲਾਂ ਹੈਗੀਆਂ ਇਹਦੇ ਵਿੱਚ। ਕੁਸ਼ਲ ਸ਼ਾਸਕ ਪ੍ਰਚਾਰਿਆ ਜਾਂਦਾ ਹੈ ਤਾਂ ਇਸ ਦਾ ਭਾਵ ਹੈ ਕਿ ਉਸਨੇ ਪੰਜਾਬ ਅਤੇ ਉੱਤਰੀ ਭਾਰਤ ਦੇ ਵਿਸ਼ਾਲ ਭੂਖੰਡ ਉੱਪਰ ਜੋ ਮਜ਼ਹਬੀ ਤਸ਼ੱਦਦ ਕੀਤੀ ਉਹ ਜਾਇਜ਼ ਸੀ। ਸਾਰੇ ਮੁਗਲ ਹੁਕਮਰਾਨ ਜੇਕਰ ਇੱਕ ਵੱਡਾ ਸਾਮਰਾਜ ਸਥਾਪਿਤ ਕਰਕੇ ਭਾਰਤ ਵਰਸ਼ ਦਾ ਭਲਾ ਕਰਨ ਆਏ ਸਨ ਤਾਂ ਜੋ ਉਹਨਾਂ ਨੇ ਭਾਰਤੀ ਲੋਕਾਂ ਨਾਲ ਕੀਤਾ ਉਹ ਜਾਇਜ਼ ਸਾਬਤ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਨਿਖੇਧਾਤਮਕ ਇਤਿਹਾਸ ਚੇਤਨਾ ਦਾ ਪ੍ਰਚਾਰ ਬਸਤੀਵਾਦੀ ਤਾਕਤਾਂ ਨੇ ਤਾਂ ਇੱਕ ਗਿਣੀ ਮਿੱਥੀ ਚਾਲ ਮੁਤਾਬਕ ਕੀਤਾ ਸੀ ਤਾਂ ਜੋ ਭਾਰਤੀ ਲੋਕਾਂ ਨੂੰ ਉਹਨਾਂ ਦੇ ਆਪਣੇ ਹੀ ਇਤਿਹਾਸ ਬਾਰੇ ਅਜਿਹੀ ਕੋਝੀ ਜਾਣਕਾਰੀ ਦਿੱਤੀ ਜਾਵੇ ਜਿਸ ਨਾਲ ਉਹ ਵਿਦੇਸ਼ੀ ਨਸਲ ਦੀ ਉੱਚਤਾ ਅਤੇ ਉਹਨਾਂ ਦੇ ਸੱਭਿਆਚਾਰ ਨੂੰ ਹੀ ਸਮਾਜਿਕਤਾ ਮੰਨ ਕੇ ਗੁਲਾਮੀ ਕਬੂਲ ਕਰ ਲੈਣ। ਇਹ ਪ੍ਰਕਿਰਿਆ ਬਹੁਤ ਸੋਚ ਸਮਝ ਕੇ ਤੇ ਸ਼ਾਤਰਾਨਾ ਤਰੀਕੇ ਨਾਲ ਅਮਲ ਵਿੱਚ ਲਿਆਂਦੀ ਗਈ ਸੀ। ਉਸ ਸਾਜ਼ਿਸ਼ ਦੇ ਨਤੀਜੇ ਅੱਜ ਵੀ ਅਸੀਂ ਸਮਾਜਿਕ ਟਕਰਾਅ ਦੀਆਂ ਘਟਨਾਵਾਂ ਦੇ ਰੂਪ ਵਿੱਚ ਵੇਖ ਸਕਦੇ ਹਾਂ। ਭਾਰਤੀ ਬਹੁਲਵਾਦ ਦਾ ਅਰਥ ਹਰ ਤਰ੍ਹਾਂ ਦੀ ਵਖਰੇਵਿਆਂ ਦੀ ਸਹਿ ਹੋਂਦ ਅਤੇ ਆਪਸੀ ਸਤਿਕਾਰ ਨਾਲ ਸੀ। ਇਹ ਸਮਾਨਤਾ ਅਤੇ ਸਹਿ ਹੋਂਦ ਉਦੋਂ ਹੀ ਸੰਭਵ ਹੈ ਜਦੋਂ ਵਖਰੇਵੇਂ ਰੱਖਣ ਵਾਲੀਆਂ ਸਾਰੀਆਂ ਧਿਰਾਂ ਸ਼ਮੂਲੀਅਤ ਇਨਕਲੂਸਿਵਨੈਸ ਦੇ ਵਿਚਾਰ ਦੀਆਂ ਧਾਰਨੀ ਹੋਣ। ਜੇਕਰ ਇੱਕ ਵੀ ਧਿਰ ਅਲੈਦਗੀਵਾਦੀ ਐਕਸਕਲੂਸ਼ਨਿਸਟ ਜਿਹੜੀ ਹੋਵੇਗੀ ਤਾਂ ਸੰਵਾਦ ਜਾਂ ਸਹਿ ਹੋਂਦ ਹੋਣਾ ਮੁਮਕਿਨ ਨਹੀਂ ਹੈ। ਇਸ ਸੰਦਰਭ ਵਿੱਚ ਬਹੁਲਵਾਦੀ ਹੋਣ ਨੂੰ ਨਕਾਰਨਾ ਠੀਕ ਨਹੀਂ ਹੋਵੇਗਾ ਕਿਉਂਕਿ ਉਹਨਾਂ ਗੁਣਾਂ ਕਾਰਨ ਹੀ ਭਾਰਤੀ ਸਮਾਜ ਦਾ ਬਚਾਅ ਹੋਇਆ ਹੈ। ਆਪਣੇ ਵਿੱਚ ਵੱਖਰਤਾਵਾਂ ਨੂੰ ਸਮੋਹ ਲੈਣ ਦਾ ਗੁਣ ਹੀ ਭਾਰਤੀ ਸੱਭਿਅਤਾ ਦੀ ਇੱਕ ਨਵੇਕਲੀ ਪਛਾਣ ਰਹੀ ਹੈ। ਇਸੇ ਲਈ ਇੱਥੇ ਧਰਮ ਨੂੰ ਕਿਸੇ ਰਾਜਨੀਤਿਕ ਵਿਚਾਰ ਦੇ ਰੂਪ ਵਿੱਚ ਨਹੀਂ ਗ੍ਰਹਿਣ ਕੀਤਾ ਜਾਂਦਾ। ਕੋਈ ਪੋਲੀਟੀਕਲ ਡਾਕਟਰੀਨ ਨਹੀਂ ਹੈ ਧਰਮ। ਜਿਹੜਾ ਰਿਲੀਜਨ ਮਜ਼ਹਬ ਔਰ ਧਰਮ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਰਕ ਇਹੀ ਹੈ ਕਿ ਉਹ ਪੋਲੀਟੀਕਲ ਡਾਕਟਰੀਨ ਹੈ ਔਰ ਇਹ ਪੋਲੀਟੀਕਲ ਡਾਕਟਰੀਨ ਨਹੀਂ ਹੈ। ਇਸ ਕਰਕੇ ਇਹਨੂੰ ਮਾਈਂਡ 'ਚ ਰੱਖਣਾ ਚਾਹੀਦਾ ਹੈ। ਨਿਰੋਲ ਗਿਆਨ ਦੀ ਨਿਰੰਤਰ ਪਰੰਪਰਾ ਵਿੱਚੋਂ ਉਪਜੀਆਂ ਸਮਾਜਕ ਧਰਮ ਦੀਆਂ ਮਾਨਤਾਵਾਂ ਕਦੀ ਵੀ ਆਦੇਸ਼ਾਤਮਕ ਪ੍ਰਿਸਕ੍ਰਿਪਟਿਵ ਨਹੀਂ ਰਹੀਆਂ, ਸਗੋਂ ਸੁਝਾਵਕਾਰੀ ਸਜੈਸਟਿਵ ਰਹੀਆਂ। ਇਸ ਕਰਕੇ ਸਾਡੇ ਕੋਲ ਅਲੱਗ-ਅਲੱਗ ਬੌਧ, ਜੈਨ ਤੇ ਸਿੱਖ ਮਤ ਜਿਹੜੇ ਨਾ ਇਹ ਆਉਂਦੇ ਆ। ਉਹਦੇ ਵਿੱਚ ਤੁਸੀਂ ਕਿਸੇ ਨੂੰ ਵੀ ਕਿਸੇ ਟਾਈਮ ਜੋ ਵੀ ਮਰਜ਼ੀ ਕਰ ਲਓ, ਕੋਈ ਤੁਹਾਨੂੰ ਰੋਕਦਾ ਨਹੀਂ ਹੈ। ਕੋਈ ਇਹ ਨਹੀਂ ਕਹਿ ਦੇਗਾ ਜੇ ਤੁਸੀਂ ਮੋਨੈਸਟਰੀ ਗਏ ਹੋ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਉਹ ਕਹਿਣਗੇ ਬੁੱਧ ਹੋ ਗਏ ਜਾਂ ਕੋਈ ਬੋਧੀ ਗੁਰਦੁਆਰੇ ਜਾ ਰਿਹਾ ਤਾਂ ਉਹ ਸਿੱਖ ਹੋ ਗਿਆ। ਐਸਾ ਕੁਝ ਨਹੀਂ ਹੈ। ਕੋਈ ਇਹਦੇ ਵਿੱਚ ਰੁਕਾਵਟ ਨਹੀਂ ਆਉਂਦੀ। ਵਾਦ ਵਿਵਾਦ ਸੰਵਾਦ ਦੀ ਪ੍ਰਕਿਰਿਆ ਰਾਹੀਂ ਇਹਨਾਂ ਧਰਮ ਪਰੰਪਰਾਵਾਂ ਰੂਪੀ ਪ੍ਰਥਾਵਾਂ ਨੂੰ ਬਦਲਿਆ ਵੀ ਜਾਂਦਾ ਰਿਹਾ ਹੈ। ਇਸ ਦੀ ਇੱਕ ਬਹੁਤ ਵੱਡੀ ਮਿਸਾਲ ਭਗਤੀ ਕਾਲ ਦੀ ਸਮਾਜਕ ਜਾਗ੍ਰਿਤੀ ਲਹਿਰ ਹੈ ਜਿਸ ਨੇ ਸਮਾਜ ਵਿੱਚ ਫੈਲ ਚੁੱਕੀਆਂ ਕੁਰੀਤੀਆਂ ਜਾਂ ਕੁਪ੍ਰਥਾਵਾਂ ਨੂੰ ਦੂਰ ਕਰਨ ਲਈ ਪੂਰੇ ਭਾਰਤ ਵਰਸ਼ ਵਿੱਚ ਇੱਕ ਸੁਰਤਾ ਨਾਲ ਕੰਮ ਕੀਤਾ ਅਤੇ ਨਿਰਗੁਣ ਭਗਤੀ ਧਾਰਾ ਦੇ ਰੂਪ ਵਿੱਚ ਇੱਕ ਬੇਮਿਸਾਲ ਵਿਚਾਰਧਾਰਾ ਖੜੀ ਕੀਤੀ। ਹਰ ਸਮਾਜ ਆਪਣੇ ਅੰਦਰ ਫੈਲਣ ਵਾਲੀਆਂ ਕੁਰੀਤੀਆਂ ਨੂੰ ਜਦ ਖੁਦ ਠੀਕ ਕਰਦਾ ਹੈ ਤਾਂ ਉਹ ਕਾਰਜ ਵਧੇਰੇ ਅਸਰਦਾਰ ਹੁੰਦਾ ਹੈ। ਇਸ ਲਈ ਜੇਕਰ ਅਸੀਂ ਭਾਰਤ ਦੇ ਮੱਧਕਾਲੀ ਇਤਿਹਾਸ ਦੇ ਸਮਾਜਕ ਵਾਤਾਵਰਣ ਦਾ ਅਧਿਐਨ ਕਰਦੇ ਹਾਂ ਤਾਂ ਉਹ ਸਮਾਂ ਭਗਤੀ ਲਹਿਰ ਦੀ ਦ੍ਰਿਸ਼ਟੀ ਤੋਂ ਹੀ ਸਮਝਣਾ ਚਾਹੀਦਾ ਹੈ। ਇਹੋ ਸਮਾਂ ਸੀ ਜਿਸ ਵਿੱਚ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਾਰੀਆਂ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਦਾ ਜ਼ੋਰਦਾਰ ਉਪਰਾਲਾ ਕੀਤਾ ਗਿਆ। ਉਪਰੋਕਤ ਚਰਚਾ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਇਹੋ ਸਮਾਂ ਗੁਰੂ ਕਾਲ ਜਾਂ ਗੁਰੂ ਸਾਹਿਬਾਨ ਦੇ ਜੀਵਨ ਦਾ ਸਮਾਂ ਵੀ ਹੈ। ਇਸੇ ਭਗਤੀ ਲਹਿਰ ਦੇ ਦੌਰ ਵਿੱਚ ਗੁਰੂ ਨਾਨਕ ਦੇਵ ਜੀ ਨੇ 4 ਦਿਸ਼ਾਵਾਂ ਵਿੱਚ ਉਦਾਸੀਆਂ ਕਰਕੇ ਵਿਭਿੰਨ ਮਤਾਂ, ਪੰਥਾਂ ਅਤੇ ਮਜ਼ਹਬਾਂ ਨਾਲ ਗੋਸ਼ਟੀ ਸੰਵਾਦ ਰਚਾ ਕੇ ਗੁਰਮਤ ਗਿਆਨ ਪ੍ਰਦਾਨ ਕੀਤਾ। ਇਹ ਯਤਨ ਇੱਕ ਤਰ੍ਹਾਂ ਨਾਲ ਭਗਤੀ ਲਹਿਰ ਦੀਆਂ ਕਾਮਨਾਵਾਂ ਨੂੰ ਤਾਂ ਪੂਰਾ ਕਰਦਾ ਹੀ ਸੀ, ਸਗੋਂ ਨਾਲ ਹੀ ਉਹਨਾਂ ਦੀ ਵਿਸ਼ਾਲ ਵਿਚਾਰਕ ਦ੍ਰਿਸ਼ਟੀ ਨੇ ਭਾਰਤੀ ਗਿਆਨ ਪਰੰਪਰਾ ਤੇ ਭਗਤੀ ਲਹਿਰ ਦੀ ਸਮਾਜਕ ਜਾਗ੍ਰਿਤੀ ਵਾਲੀ ਦ੍ਰਿਸ਼ਟੀ ਵਿਚਕਾਰ ਇੱਕ ਸੁਮੇਲ ਸਥਾਪਿਤ ਕੀਤਾ। ਇਹੋ ਕਾਰਨ ਹੈ ਕਿ ਗੁਰਮਤ ਗਿਆਨ ਨਾਲ ਸੰਬੰਧਿਤ ਸਥਾਪਿਤ ਧਰਮ ਕੇਂਦਰਿਤ ਸਮਾਜਕ ਮਾਨਤਾਵਾਂ ਦੀ ਪੁਨਰ ਸਿਰਜਣਾ ਹੋਈ। ਗੁਰੂਆਂ ਨੇ ਪੂਰੀ ਸਮਾਜਕ ਵਿਵਸਥਾ ਨੂੰ ਬ੍ਰਹਮ ਕੇਂਦਰਿਤ ਬੌਧਿਕ ਚੇਤਨਾ ਨਾਲ ਇੱਕ ਸੁਰਤਾ ਵਿੱਚ ਵੇਖਣ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਸਾਰੀਆਂ ਸਮਾਜਕ ਵੱਖਰਤਾਵਾਂ ਨੂੰ ਦੂਰ ਕਰਨ ਲਈ ਮਨੁੱਖ ਦੀ ਇੱਕੋ ਬ੍ਰਹਮੰਡਕ ਹੋਂਦ ਦੇ ਵਿਚਾਰ ਦਾ ਚਿੰਤਨ ਕਰਨ ਲਈ ਉਪਦੇਸ਼ ਦਿੱਤਾ। ਸਾਰੀਆਂ ਸਮਾਜਕ ਵੱਖਰਤਾਵਾਂ ਇੱਕ ਬ੍ਰਹਮ ਵਿੱਚ ਲੀਨ ਹੋ ਜਾਂਦੀਆਂ ਹਨ। ਇਹੋ ਜਿਹੇ
ਅਤੀ ਮੁਕਤ ਵਿਚਾਰਾਂ ਵਾਲੇ ਗੁਰਮਤਿ ਗਿਆਨ ਦਾ ਪ੍ਰਭਾਵ ਉੱਤਰੀ ਭਾਰਤ ਦੇ ਬਹੁਤ ਵੱਡੇ ਖੇਤਰ ਵਿੱਚ ਫੈਲ ਚੁੱਕਿਆ ਸੀ। ਪਰ ਇਹ ਸਮਾਂ ਭਾਰਤ ਵਿੱਚ ਇੱਕ ਵੱਖਰੀ ਸੋਚ ਅਤੇ ਵਿਚਾਰਧਾਰਾ ਵਾਲੇ ਸੱਭਿਆਚਾਰ ਅਤੇ ਮਜ਼ਹਬ ਦੇ ਪ੍ਰਵੇਸ਼ ਦਾ ਸਮਾਂ ਵੀ ਸੀ। ਅਰਬ, ਤੁਰਕ ਤੇ ਮੰਗੋਲਾਂ ਦੇ ਕਈ ਅਸਫਲ ਹਮਲਿਆਂ ਤੋਂ ਬਾਅਦ ਮੰਗੋਲ ਮੁਗਲ ਬਣ ਕੇ ਬਾਬਰ ਦੇ ਜ਼ਬਰ ਰਾਹੀਂ ਭਾਰਤ ਵਿੱਚ ਪ੍ਰਵੇਸ਼ ਕਰ ਗਏ। ਨਾਲ ਹੀ ਭਾਰਤ ਵਿੱਚ ਇੱਕ ਅਜਿਹਾ ਦੌਰ ਸ਼ੁਰੂ ਹੋਇਆ ਜਿਸ ਨੇ ਪੁਰਾਤਨ ਅਤੇ ਮੱਧਕਾਲ ਤੱਕ ਚੱਲਦੀ ਆ ਰਹੀ ਭਾਰਤ ਦੀ ਬਹੁਲਤਾਵਾਦੀ ਪਛਾਣ ਨੂੰ ਤਹਿਸ-ਨਹਿਸ ਕਰਨ ਲਈ ਹਰ ਸੰਭਵ ਤੌਰ ਤਰੀਕੇ ਅਤੇ ਜ਼ਬਰ ਜ਼ੁਲਮ ਵਰਤੇ। ਪੁਰਾਣੀ ਸੱਭਿਅਤਾ ਦੇ ਚਿੰਨ੍ਹਾਂ ਨੂੰ ਤੋੜ ਕੇ ਨਸ਼ਟ ਕਰਨਾ ਹੋਵੇ ਜਾਂ ਭਾਰਤੀ ਲੋਕਾਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਰੱਦ ਕਰਨ ਲਈ ਟੈਕਸ ਲਾਉਣਾ ਹੋਵੇ, ਜਬਰੀ ਧਰਮ ਪਰਿਵਰਤਨ, ਔਰਤਾਂ ਬੱਚਿਆਂ ਨਾਲ ਜ਼ਬਰ ਜ਼ੁਲਮ ਆਦਿ ਘਟਨਾਵਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਸਨ। ਇੱਥੇ ਤੁਹਾਡੇ ਮਨ ਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਕੁਝ ਸ਼ਬਦ ਹੈ ਜਿਹੜੇ ਉਹ ਰਿਲੇਟ ਕਰ ਸਕਦੇ ਹੋ ਤੁਸੀਂ ਉਹਦੇ ਵਿੱਚ। ਇੱਥੋਂ ਦੇ ਸਧਾਰਨ ਲੋਕ ਡਰ, ਸਹਿਮ ਜਾਂ ਲਾਲਚ ਵਿੱਚ ਕਾਰਨ ਧਾੜਵੀਆਂ ਦੇ ਜ਼ੁਲਮ ਨੂੰ ਸਹਿ ਰਹੇ ਸਨ ਅਤੇ ਕਈ ਉਹਨਾਂ ਦੀਆਂ ਗੱਲਾਂ ਨੂੰ ਕਬੂਲ ਵੀ ਕਰ ਗਏ ਸਨ। ਸਮੁੱਚੇ ਤੌਰ ਤੇ ਇਹ ਸਮਾਂ ਬਹੁਤ ਹੀ ਅਵਿਵਸਥਾ ਅਤੇ ਦਹਿਸ਼ਤ ਦਾ ਸੀ, ਜਿਸ ਵਿੱਚ ਮਾਨਵੀ ਅਧਿਕਾਰਾਂ ਦਾ ਘਾਣ ਕਰ ਦਿੱਤਾ ਗਿਆ ਸੀ। ਕਿਸੇ ਨੂੰ ਉਸ ਦੇ ਆਪਣੇ ਮਤ ਪੰਥ ਨੂੰ ਆਪਣੀ ਮਰਜ਼ੀ ਨਾਲ ਮੰਨਣ ਦੀ ਆਜ਼ਾਦੀ ਨਹੀਂ ਰਹੀ ਸੀ। ਇਸ ਦੌਰ ਨੂੰ ਸੁਤੰਤਰ ਭਾਰਤ ਦੇ ਨਾਮੀ ਇਤਿਹਾਸਕਾਰ ਮਹਾਨ ਮੁਗਲਾਂ ਦੇ ਕਾਲ ਨਾਲ ਦਰਜ ਕਰਦੇ ਹਨ। ਇੱਥੇ ਸਭ ਤੋਂ ਵੱਡੀ ਟ੍ਰੈਜਡੀ ਸਾਡੀ ਇਹ ਹੈ ਕਿ ਤੁਸੀਂ ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਹਿਸਟਰੀ ਦੀਆਂ ਕਿਤਾਬਾਂ ਵੀ ਦੇਖੋਗੇ ਨਾ, ਤਾਂ ਉਹਦੇ ਵਿੱਚ ਚੈਪਟਰ ਤੁਹਾਨੂੰ ਦ ਗ੍ਰੇਟ ਮੁਗਲਸ ਹੀ ਮਿਲੇਗਾ। ਬਹੁਤ ਤਕਲੀਫ ਹੁੰਦੀ ਹੈ ਉਹਨੂੰ ਚੈਪਟਰ ਨੂੰ ਦੇਖ ਕੇ, ਬਜਾਏ ਇਹਦੇ ਕਿ ਆਪਣੇ ਇੱਥੇ ਦੇ ਜਿਹੜੇ ਜਿਨ੍ਹਾਂ ਨੇ ਜਾਨ ਵਾਰ ਦਿੱਤੀ ਦੇਸ਼ ਨੂੰ ਬਚਾਉਣ ਵਾਸਤੇ, ਉਹਨਾਂ ਨੂੰ ਮਹਾਨ ਬਲੀਦਾਨ ਕਿਹਾ ਜਾਂਦਾ। ਧਾੜਵੀਆਂ ਦੀ ਜਿੱਤ ਨੂੰ ਗ੍ਰੇਟਨੈਸ ਕਿਹਾ ਗਿਆ। ਇਹ ਆਊਟ ਆਫ ਵੇ ਜਾ ਕੇ ਇਤਿਹਾਸ ਨੂੰ ਬੈਲੈਂਸ ਤਰੀਕੇ ਨਾਲ ਦਰਜ ਕਰਨ ਦੀ ਬਜਾਏ ਜੇ ਗ੍ਰੇਟ ਸ਼ਬਦ ਯੂਜ਼ ਕਰਕੇ ਉਹਨਾਂ ਨੂੰ ਵਡਿਆਈ ਜਾਂ ਉਲਾਰ ਹੋ ਕੇ ਦੱਸਿਆ ਜਾ ਰਿਹਾ ਨਾ, ਤਾਂ ਇਹਦੇ ਪਿੱਛੇ ਕੋਈ ਮਤਲਬ ਸਧਾਰਨ ਮੈਨੂੰ ਲੱਗਦਾ ਕੋਈ ਕਰਮ ਨਹੀਂ ਹੈ, ਇਹ ਸਾਜ਼ਿਸ਼ ਦਾ ਇੱਕ ਹਿੱਸਾ ਰਿਹਾ ਹੈ ਔਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਮੁਗਲ ਸ਼ਾਸਕਾਂ ਦੀ ਮਹਾਨਤਾ ਦੀ ਗਾਥਾ ਗਾਉਣ ਲਈ ਮੱਧਕਾਲ ਦੇ ਗੌਰਵਮਈ ਗੁਰੂ ਕਾਲ ਨੂੰ ਸਿਰਫ ਇੱਕ ਅਧਿਆਤਮਕ ਭਗਤੀ ਲਹਿਰ ਤੱਕ ਹੀ ਸੀਮਤ ਕਰ ਦਿੱਤਾ ਗਿਆ। ਉਹਨਾਂ ਗੁਰੂ ਸਾਹਿਬਾਨ ਦੇ ਜਬਰ ਵਿਰੋਧ ਦੇ ਕਾਰਜਾਂ ਨੂੰ ਸੱਤਾ ਦਰੋਹ ਕਰਾਰ ਦੇ ਕੇ ਮੁਗਲਾਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ। ਜੇਕਰ ਸਕੂਲਾਂ ਵਿੱਚ ਗੁਰੂ ਸਾਹਿਬਾਨ ਦੇ ਬਲੀਦਾਨਾਂ ਨੂੰ ਇੱਕ ਲਾਸਾਨੀ ਅਤੇ ਇਖਲਾਕੀ ਜਿੱਤ ਦੱਸਣ ਦੀ ਬਜਾਏ ਅਰਬੀ ਫਾਰਸੀ ਦਰਬਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਉਹਨਾਂ ਨੂੰ ਡਾਕੂ ਤੱਕ ਕਹਿ ਦਿੱਤਾ ਜਾਏ, ਜੋ ਅਸੀਂ ਪੜ੍ਹਦੇ ਰਹੇ ਹਾਂ, ਇਹ ਦੱਸਣ 'ਚ ਕੋਈ ਇਤਰਾਜ਼ ਨਹੀਂ ਹੈ ਕਿ ਪਿਛਲੇ 40-50 ਸਾਲ ਜਿਹੜੇ ਸੀਗੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਇਤਿਹਾਸ ਲਿਖਿਆ ਗਿਆ, ਉਹਦੇ ਵਿੱਚ ਗੁਰੂਆਂ ਲਈ ਇਹ ਸ਼ਬਦ ਵਰਤੇ ਗਏ ਹਨ। ਔਰ ਇਹੀ ਪੰਜਾਬ ਹੈ ਜਿਹੜਾ ਦੇਖਦਾ ਰਿਹਾ, ਸੁਣਦਾ ਰਿਹਾ। ਪਤਾ ਨਹੀਂ ਕਿਹੜੀ ਪਛਾਣ ਵਾਸਤੇ ਤਾਂ ਲੜਦੇ ਰਹੇ, ਪਰ ਗੁਰੂਆਂ ਦੇ ਵਾਸਤੇ ਜੋ ਬੇਅਦਬੀ ਵਾਲੇ ਸ਼ਬਦ ਉਹਨਾਂ ਇਤਿਹਾਸਕਾਰਾਂ ਨੇ ਵਰਤੇ, ਲਿਖੇ, ਅੱਜ ਵੀ ਉਹਨਾਂ ਨੂੰ ਆਨਰ ਕਰਕੇ ਜਿਹੜਾ ਨਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ, ਬਜਾਏ ਕਿ ਉਹਨਾਂ ਨੂੰ ਕੁਐਸਚਨ ਕਰਨ ਦੇ ਕਿ ਤੁਸੀਂ ਇਹ ਸਾਡੀ ਪਰੰਪਰਾ ਦੇ ਨਾਲ, ਸਾਡੇ ਧਰਮ ਦੇ ਔਰ ਸਾਡੇ ਗੁਰੂਆਂ ਦੇ ਨਾਲ ਇਸ ਤਰ੍ਹਾਂ ਦੇ ਸ਼ਬਦ ਕਿਵੇਂ ਵਰਤ ਸਕਦੇ ਸੀ। ਕੋਈ ਨਹੀਂ ਸਵਾਲ ਪੁੱਛਦਾ ਉਹਨਾਂ ਨੂੰ। ਜੇ ਇਤਿਹਾਸ ਦੀ ਸਿੱਖਿਆ ਲੈਣ ਵਾਲੇ ਕਿਸ ਤਰ੍ਹਾਂ ਉਹਨਾਂ ਗੁਰੂਆਂ ਦੇ ਅਦੁੱਤੀ ਯੋਗਦਾਨ ਨੂੰ ਸਮਝ ਸਕਣਗੇ, ਇਸ ਲਈ ਸਿੱਖ ਇਤਿਹਾਸ ਬਾਬਤ ਇਹ ਨਿਰਣਾ ਕਰਨਾ ਬਹੁਤ ਜ਼ਰੂਰੀ ਹੈ ਕਿ ਜਾਂ ਤਾਂ ਮੁਗਲ ਹੁਕਮਰਾਨ ਠੀਕ ਸਨ ਜਾਂ ਗੁਰੂ ਸਾਹਿਬ, ਕਿਉਂਕਿ ਸਿੱਖ ਇਤਿਹਾਸ ਦੇ ਸੰਬੰਧ ਵਿੱਚ ਇਹ ਦੋਵੇਂ ਗੱਲਾਂ ਇੱਕੋ ਸਮੇਂ ਠੀਕ ਨਹੀਂ ਹੋ ਸਕਣਗੀਆਂ। ਵਰਤਮਾਨ ਸਮੇਂ ਵਿੱਚ ਉੱਤਰ ਬਸਤੀਵਾਦੀ ਦੌਰ ਦੀ ਇਤਿਹਾਸਕਾਰੀ ਦੀਆਂ ਊਣਤਾਈਆਂ ਅਤੇ ਸਿਆਸੀ ਚਾਲਬਾਜ਼ੀਆਂ ਸਾਹਮਣੇ ਆ ਚੁੱਕੀਆਂ ਹਨ ਤੇ ਇਸ ਤਰ੍ਹਾਂ ਦੇ ਇਤਿਹਾਸ ਬਿਰਤਾਂਤਕਾਰੀ ਨੂੰ ਦਰੁਸਤ ਕਰਨ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। ਪਰ ਇਹ ਸਮੱਸਿਆ ਇੱਥੇ ਹੀ ਖਤਮ ਨਹੀਂ ਹੁੰਦੀ, ਕਿਉਂਕਿ ਇਤਿਹਾਸਕਾਰਾਂ ਨੇ ਜਿਨ੍ਹਾਂ ਪੱਛਮੀ ਸਿਧਾਂਤਕ ਫਾਰਮੂਲੇਸ਼ਨਸ ਨਾਲ ਇਤਿਹਾਸ ਲਿਖਣ ਨੂੰ ਹੀ ਇਤਿਹਾਸ ਕਰਾਰ ਦਿੱਤਾ, ਉਸ ਵਿੱਚ ਭਾਰਤੀ ਇਤਿਹਾਸ ਸਰੋਤਾਂ ਲਈ ਕੋਈ ਥਾਂ ਨਹੀਂ ਹੈ। ਭਾਰਤੀ ਲੋਕ ਮਾਨਸ ਦੀਆਂ ਜੀਵੰਤ ਸਮ੍ਰਿਤੀਆਂ ਜਾਂ ਗ੍ਰੰਥਾਂ ਪੁਰਾਣਾਂ ਨੂੰ ਵਹਿਮਾਂ ਭਰਮਾਂ ਦੀਆਂ ਕਥਾ ਕਹਾਣੀਆਂ ਕਹਿ ਕੇ ਗੈਰ ਪ੍ਰਾਸੰਗਿਕ ਬਣਾ ਦਿੱਤਾ ਗਿਆ ਹੈ, ਜਦਕਿ ਭਾਰਤੀ ਇਤਿਹਾਸ ਸਿਰਜਣ ਦੀ ਪਰੰਪਰਾ ਇਹਨਾਂ ਸਾਧਨਾਂ ਨਾਲ ਹੀ ਆਪਣੇ ਬੀਤੇ ਯੁੱਗ ਅਤੇ ਸਮੇਂ ਨੂੰ ਸੰਭਾਲ ਕੇ ਰੱਖਦੀ ਆ ਰਹੀ ਹੈ। ਇਸੇ ਸੰਦਰਭ ਵਿੱਚ ਇਹ ਜ਼ਿਕਰ ਕਰਨਾ ਵੀ ਲਾਜ਼ਮੀ ਹੈ ਕਿ ਸਿੱਖ ਇਤਿਹਾਸ ਦੇ ਮੂਲ ਸਰੋਤਾਂ ਜਿਵੇਂ ਜਨਮ ਸਾਖੀਆਂ, ਭਾਈ ਨੰਦ ਲਾਲ ਦੀਆਂ ਰਚਨਾਵਾਂ,
ਕਾਵ ਚੂੜਾਮਣੀ ਭਾਈ ਸੰਤੋਖ ਸਿੰਘ ਦੀ ਰਚਨਾ ਸੂਰਜ ਪ੍ਰਕਾਸ਼ ਗ੍ਰੰਥ ਆਦਿ ਕਿਰਤਾਂ ਨੂੰ ਵੀ ਇਤਿਹਾਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ। ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਗ੍ਰੰਥਾਂ ਉੱਪਰ ਕਿੰਤੂ ਕਰਨ ਵਾਲੇ ਵੀ ਇਸੇ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਹਨ, ਜਦਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਦੇ ਗ੍ਰੰਥਾਂ ਤੋਂ ਇਲਾਵਾ ਜਿੰਨੇ ਵੀ ਅਰਬੀ ਫਾਰਸੀ ਸਰੋਤ ਮਿਲਦੇ ਹਨ ਉਹਨਾਂ ਵਿੱਚ ਮੁਗਲਾਂ ਦੀ ਵਡਿਆਈ ਹੀ ਹੈ। ਗੁਰੂ ਸਾਹਿਬਾਂ ਦੇ ਇਤਿਹਾਸ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ, ਬਲਕਿ ਗੁਰੂਆਂ ਬਾਰੇ ਉਲਟ ਵਿਚਾਰ ਹੀ ਲਿਖੇ ਗਏ ਹਨ, ਜਿਵੇਂ ਕਿ ਤੁਜ਼ਕੇ ਜਹਾਂਗੀਰੀ ਦੀ ਮਿਸਾਲ ਹੀ ਲਈ ਜਾ ਸਕਦੀ ਹੈ। ਗੁਰੂ ਸਾਹਿਬਾਂ ਦੇ ਜੀਵਨ ਦਾ ਜ਼ਿਕਰ ਕਰਦਿਆਂ ਉਹਨਾਂ ਵੱਲੋਂ ਪਾਂਧਿਆਂ ਜਾਂ ਮੌਲਵੀਆਂ ਕੋਲੋਂ ਸਿੱਖਿਆ ਪ੍ਰਾਪਤ ਕਰਨ ਦੀ ਗੱਲ ਦੱਸੀ ਜਾਂਦੀ ਹੈ। ਇੱਕ ਹੋਰ ਪੁਆਇੰਟ ਜਿਹੜਾ ਮੈਂ ਉਹਦੇ ਵਿੱਚ ਐਂਟਰ ਕਰਨਾ ਚਾਹੁੰਦਾ, ਪਰ ਇਹ ਨਹੀਂ ਦੱਸਿਆ ਜਾਂਦਾ ਕਿ ਉਹ ਕੀ ਪੜ੍ਹਦੇ ਸਨ, ਉਸ ਵੇਲੇ ਦੇ ਸਮਾਜ ਵਿੱਚ ਕਿਸ ਤਰ੍ਹਾਂ ਦੇ ਵਿਸ਼ਿਆਂ ਦੀ ਪੜ੍ਹਾਈ ਹੁੰਦੀ ਸੀ। ਇਹ ਜਾਣਨਾ ਕੋਈ ਬਹੁਤ ਵੱਡੀ ਗੱਲ ਨਹੀਂ, ਪਰ ਇਸ ਬਾਰੇ ਚੁੱਪ ਹੋ ਜਾਣਾ ਜ਼ਰੂਰ ਸ਼ੱਕ ਪੈਦਾ ਕਰਦਾ ਹੈ। ਗੁਰੂ ਸਾਹਿਬਾਂ ਨੇ ਜੋ ਕੁਝ ਆਪਣੇ ਜੀਵਨ ਦੇ ਬਾਲ ਵਰੇਸ ਵਿੱਚ ਪੜ੍ਹਿਆ ਲਿਖਿਆ, ਲਾਜ਼ਮੀ ਤੌਰ ਤੇ ਉਸ ਦਾ ਪ੍ਰਭਾਵ ਵੀ ਗ੍ਰਹਿਣ ਕੀਤਾ ਹੋਵੇਗਾ। ਉਸੇ ਸਿੱਖਿਆ ਨਾਲ ਪ੍ਰਾਪਤ ਵਿਵੇਕ ਬੁੱਧੀ ਰਾਹੀਂ ਉਹਨਾਂ ਨੇ ਜੀਵ ਜਗਤ ਦੇ ਮਹਾ ਪ੍ਰਸ਼ਨਾਂ ਨਾਲ ਸੰਵਾਦ ਰਚਾਇਆ ਹੋਵੇਗਾ। ਸੰਸਕ੍ਰਿਤ ਅਤੇ ਫਾਰਸੀ ਜ਼ੁਬਾਨਾਂ ਰਾਹੀਂ ਜ਼ਰੂਰ ਉਹਨਾਂ ਨੇ ਧਰਮ ਗ੍ਰੰਥਾਂ ਅਤੇ ਮਜ਼ਹਬੀ ਕਿਤਾਬਾਂ ਦਾ ਅਧਿਐਨ ਕੀਤਾ ਹੋਵੇਗਾ, ਜਿਸ ਤੋਂ ਉਪਰੰਤ ਉਹਨਾਂ ਨੇ ਇਹਨਾਂ ਧਰਮ ਪਰੰਪਰਾਵਾਂ ਬਾਬਤ ਇੱਕ ਨਵੇਕਲਾ ਦ੍ਰਿਸ਼ਟੀਕੋਣ ਸਥਾਪਿਤ ਕੀਤਾ। ਪੂਰਵ ਪ੍ਰਾਪਤ ਗਿਆਨ ਦੀ ਚੇਤਨਾ ਨਾਲ ਉਹਨਾਂ ਨੇ ਸਹੀ ਗਲਤ ਦਾ ਨਿਰਣਾ ਕੀਤਾ ਤੇ ਇਹ ਫੈਸਲਾ ਲਿਆ ਕਿ ਮੁਗਲਾਂ ਵੱਲੋਂ ਕੀਤੇ ਜਾ ਰਹੇ ਮਜ਼ਹਬੀ ਤਸ਼ੱਦਦ ਦਾ ਜਵਾਬ ਕਿਸ ਰੂਪ ਵਿੱਚ ਦੇਣਾ ਹੈ। ਨਾਲ ਹੀ ਇਹ ਨਿਰਣਾ ਵੀ ਹੋ ਚੁੱਕਾ ਸੀ ਕਿ ਜਬਰੀ ਧਰਮ ਪਰਿਵਰਤਨ ਦੀ ਮੁਹਿੰਮ ਵਿੱਚ ਕਿਸ ਤਰ੍ਹਾਂ ਦਾ ਵਿਰੋਧ ਕਰਨਾ ਹੈ ਅਤੇ ਕਿਸ ਦੇ ਨਾਲ ਖੜੇ ਹੋਣਾ ਹੈ। ਗੁਰੂ ਨਾਨਕ ਜੀ ਦਾ ਸਮਾਂ ਬਾਬਰ ਦੇ ਭਾਰਤ ਆਉਣ ਦਾ ਸਮਾਂ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤ ਉੱਪਰ ਤਾੜਵੀਆਂ ਦੇ ਹਮਲੇ ਹੁੰਦੇ ਰਹੇ ਸਨ, ਪਰ ਬਾਬਰ ਨਾਲ ਮੁਗਲ ਵੰਸ਼ ਦਾ ਭਾਰਤ ਵਿੱਚ ਪ੍ਰਵੇਸ਼ ਦੋ ਵੱਖਰੀਆਂ ਸੱਭਿਅਤਾਵਾਂ ਦੇ ਟਕਰਾਅ ਦਾ ਆਰੰਭ ਕਰਦਾ ਹੈ। ਮੱਧਕਾਲ ਦਾ ਸਮਾਂ ਭਾਰਤੀ ਧਰਮ ਪਰੰਪਰਾਵਾਂ ਨੂੰ ਦਰਪੇਸ਼ ਚੁਣੌਤੀਆਂ ਦਾ ਸਮਾਂ ਸੀ। ਇੱਕ ਪਾਸੇ ਤਾਂ ਇੱਥੇ ਮੈਂ ਜਿਹੜੀ ਗੱਲ ਛੱਡ ਦੇਣਾ ਕਿ ਭਗਤੀ ਕਾਲ ਦੀ ਜਿਹੜੀ ਗੱਲ ਕੀਤੀ ਸੀ, ਉਹ ਆਟੋ ਕਰੈਕਸ਼ਨ ਦੇ ਵਿੱਚ ਜਿਹੜਾ ਨਾ ਸਾਡਾ ਸਮਾਜ ਉਹ ਆ ਚੁੱਕਿਆ ਸੀਗਾ ਕਿ ਜੋ ਇੱਥੇ ਦੀਆਂ ਪ੍ਰਥਾਵਾਂ ਕੁਪ੍ਰਥਾਵਾਂ ਬਣ ਚੁੱਕੀਆਂ ਸੀ, ਕੁਰੀਤੀਆਂ ਬਣ ਗਈਆਂ ਸੀ, ਉਹਦੀ ਕਰੈਕਸ਼ਨ ਵਾਸਤੇ ਪੈਨ ਇੰਡੀਅਨ ਇੱਕ ਮੂਵਮੈਂਟ ਜਿਹੜੀ ਹੈ ਨਾ ਉਹ ਸ਼ੁਰੂ ਹੋ ਚੁੱਕੀ ਸੀ ਭਗਤੀ ਲਹਿਰ ਦੇ, ਜਿਹਦੇ ਵਿੱਚ ਰਾਮਾਨੰਦ ਦੀ ਗੱਲ ਔਰ ਕਬੀਰ ਦੀ ਗੱਲ ਅਸੀਂ ਕਰਦੇ ਹਾਂ। ਤੇ ਇਸੇ ਵਿੱਚ ਡਿਫਾਈਨ ਹੋ ਜਾਂਦਾ ਕਿ ਧਰਮ ਜਿਹੜਾ ਕੀ ਹੈ, ਉਹਦੇ ਵਿੱਚ ਵੱਖਰਤਾ ਕੀ ਹੈਗੀ। ਤੇ ਇੱਥੇ ਮੈਂ ਧਰਮ ਦਾ ਥੋੜਾ ਜਿਹਾ ਜ਼ਿਕਰ ਕੀਤਾ ਕਿ ਉਹ ਕਿਸ ਤਰ੍ਹਾਂ ਉਹਨੂੰ ਅਸੀਂ ਆਪਣੇ ਕੰਟੈਕਸਟ ਦੇ ਵਿੱਚ ਡਿਫਾਈਨ ਕਰਦੇ ਹਾਂ। ਤੇ ਧਰਮ ਦੇ ਅਜਿਹੇ ਸਰਪ੍ਰਵਾਨਤ ਅਤੇ ਮੂਲ ਆਧਾਰ ਨੂੰ ਜਦ ਵੀ ਕੋਈ ਵੱਡਾ ਖਤਰਾ ਪੈਦਾ ਹੁੰਦਾ ਹੈ, ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਕਿ ਜੋ ਸਾਡੇ ਧਾਰੀ ਅਤੇ ਇਤੀ ਧਰਮਾਂ ਦੀ ਗੱਲ ਜਦੋਂ ਕਰਦੇ ਹਾਂ ਵੀ ਜੋ ਅਸੀਂ ਧਾਰਨ ਕਰਦੇ ਹਾਂ ਉਹ ਧਰਮ ਹੈ, ਕੋਈ ਪੋਲੀਟੀਕਲ ਡਾਕਟਰੀਨ ਨਹੀਂ। ਤੇ ਉਸ ਕੰਟੈਕਸਟ ਦੇ ਵਿੱਚ ਜਦੋਂ ਮਹਾਭਾਰਤ ਦਾ ਕਾਲ ਆਉਂਦਾ, ਜਦੋਂ ਉਹਦੇ ਵਿੱਚ ਇੱਕ ਭਗਵਤ ਗੀਤਾ ਦੇ ਵਿੱਚ ਸ਼ਲੋਕ ਹੈ ਕਿ ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤਾ, ਇਸ ਸ਼ਲੋਕ ਦੇ ਹੀ ਇਨ ਟਿਊਨ ਜਿਹੜਾ ਮੱਧਕਾਲ ਦੇ ਵਿੱਚ ਗੁਰੂਆਂ ਵੱਲ ਦੇਖਿਆ ਜਾ ਰਿਹਾ, ਧਰਮ ਦੀ ਹੀ ਗਲਾਨੀ ਹੋ ਰਹੀ ਹੈ। ਐਗਜ਼ੈਕਟ ਉਹ ਸਿਚੁਏਸ਼ਨ ਬਣ ਰਹੀ ਹੈ ਕਿ ਧਰਮ ਦਾ ਹੀ ਉਹ ਧਰਮ ਦੀ ਹਾਨੀ ਹੋ ਰਹੀ ਹੈ, ਧਰਮ ਉੱਪਰ ਹੀ ਅਟੈਕ ਹੋ ਰਿਹਾ, ਔਰ ਉਹਦੇ ਵਿੱਚੋਂ ਦੀ ਨਿਕਲਣ ਵਾਸਤੇ ਕੱਢਣ ਵਾਸਤੇ ਕਿਸੇ ਮਹਾਂਪੁਰਖ ਦੀ ਜਿਹੜੀ ਹੈ ਨਾ ਉਹ ਇੰਤਜ਼ਾਰ ਹੋ ਰਿਹਾ। ਉਹ ਮਹਾਂਪੁਰਖ ਜਿਹੜਾ ਉਸੇ ਵੇਲੇ ਬਣਦਾ, ਕੋਈ ਉੱਪਰੋਂ ਨਹੀਂ ਆ ਰਿਹਾ। ਜਿਹੜੇ ਲੋਕ ਉੱਥੇ ਮੌਜੂਦ ਹੈ ਉਹਦੇ ਵਿੱਚੋਂ ਹੀ ਸੂਰਮੇ ਪੈਦਾ ਹੁੰਦੇ ਆ ਤੇ ਉਹਨਾਂ ਦੇ ਵਿੱਚ ਹੀ ਪੋਟੈਂਸ਼ੀਅਲ ਹੁੰਦਾ ਹੈ, ਜਿਨ੍ਹਾਂ ਨੇ ਉਹ ਸਾਰੀ ਸਥਿਤੀ ਨੂੰ ਦੇਖਿਆ ਹੁੰਦਾ ਤੇ ਉਹਨਾਂ ਦੇ ਕੋਲ ਇੱਕ ਬਦਲਣ ਦੀ ਹਿੰਮਤ ਹੁੰਦੀ ਹੈ। ਤੇ ਇੱਥੇ ਫਿਰ ਇਸ ਕੰਟੈਕਸਟ ਦੇ ਵਿੱਚ ਹੀ ਜਿਹੜਾ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਦਾ ਜ਼ਿਕਰ ਕੀਤਾ ਮੈਂ ਕਿ ਜਦੋਂ ਬਾਬਰ ਨੇ ਅਟੈਕ ਕੀਤਾ, ਸਾਰੇ ਜਾਣਦੇ ਆ ਕਿ ਉੱਥੇ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਦਾ ਰਾਇਆ, ਤੇ ਹਿੰਦੁਸਤਾਨ ਦੇ ਕੰਟੈਕਸਟ ਦੇ ਵਿੱਚ ਉਹ ਗੱਲ ਕਰ ਰਹੇ ਸੀ ਵੀ ਸ਼ਾਇਦ ਪਹਿਲੀ ਵਾਰ ਵਰਤਿਆ ਗਿਆ। ਖੈਰ ਐਸੀ ਕੋਈ ਗੱਲ ਨਹੀਂ ਹੈ ਕਿ ਪਹਿਲੀ ਵਾਰ ਵਰਤਿਆ ਗਿਆ ਹੈ, ਕਿਉਂਕਿ ਜਦੋਂ ਪੂਰਾ ਅਰਬ ਵਰਲਡ ਹੈ ਇਹਨੂੰ ਸਿੰਧੂ ਨੂੰ ਹਿੰਦੂ ਕਹਿੰਦੇ ਸੀਗੇ, ਤਾਂ ਇਹ ਸ਼ਬਦ ਔਰ ਤਾਨ ਜਿਹੜਾ ਨਾ ਸਥਾਨ ਇਹ ਪੁਰਾਣਾ ਹੈ। ਇਹ ਜਿੰਨੀ ਕੁ ਪੁਰਾਣੀ ਸਿੰਧ ਘਾਟੀ ਸੱਭਿਅਤਾ ਹੈ ਵੀ ਅਰਬ ਆਪਣਾ ਫਾਰਸੀ ਪਰਸ਼ੀਅਨ ਵਾਸਤੇ ਇਹ ਸ਼ਬਦ ਵੀ ਉਨਾ ਹੀ ਪੁਰਾਣਾ ਹੈ, ਕੋਈ ਇਸ ਲੈਂਡ ਦੀ ਗੱਲ ਹੈ। ਪਰ
ਜਿਹੜਾ ਡਿਫਰੈਂਸ ਹੈ, ਜਿਸ ਨੂੰ ਡਾਕਟਰ ਮਨਜੀਤ ਸਿੰਘ ਨਾਲ ਥੋੜ੍ਹਾ ਜਿਹਾ ਮੈਂ ਡਿਫਰੈਂਸ ਰੱਖਦਾ ਕਿ ਉਹਨਾਂ ਨੇ ਕਿਹਾ ਵੀ ਇੱਕ ਨੇਸ਼ਨ ਦੇ ਤੌਰ ਤੇ ਦੇਖਦੇ ਸੀ। ਨੇਸ਼ਨ ਦਾ ਕਨਸੈਪਟ ਨਹੀਂ ਹੈ, ਇਹ ਇੱਕ ਸਿਵਲਾਈਜੇਸ਼ਨ ਦਾ ਕਨਸੈਪਟ ਸੀ। ਹਿੰਦੁਸਤਾਨ ਇੱਕ ਖਾਸ ਧਰਮ ਕੇਂਦਰਿਤ, ਬ੍ਰਹਮ ਕੇਂਦਰਿਤ ਕਹਿ ਲਓ, ਔਰ ਵੱਖਰਤਾਵਾਂ ਵਾਲੀ ਜਿਹੜੀ ਹੈ ਨਾ, ਇੱਕ ਖਾਸ ਤੌਰ ਦੀ ਸੱਭਿਅਤਾ ਸੀਗੀ, ਜਿਹੜੀ ਜਾਵਾ, ਸੁਮਾਤਰਾ ਔਰ ਇੰਡੋਨੇਸ਼ੀਆ ਬਹੁਤ ਦੂਰ ਤੱਕ ਜਿਹੜੀ ਹੈ ਨਾ ਉਹ ਫੈਲੀ ਹੋਈ ਸੀ। ਗੁਰੂ ਨਾਨਕ ਦੇਵ ਜੀ ਨੇ ਮਹਿਸੂਸ ਕਰ ਲਿਆ ਸੀ ਕਿ ਪੱਛਮ ਤੋਂ ਹੋ ਰਹੇ ਇਹ ਹਮਲੇ ਹੁਣ ਸਿਰਫ ਲੁੱਟ ਖਸੁੱਟ ਜਾਂ ਸੱਤਾ ਹਾਸਲ ਕਰਨ ਤੱਕ ਹੀ ਸੀਮਤ ਨਹੀਂ ਰਹਿਣੇ, ਸਗੋਂ ਇਹਨਾਂ ਨੇ ਭਾਰਤੀ ਜੀਵਨ ਸ਼ੈਲੀ ਨੂੰ ਵੀ ਬਦਲ ਲੈਣਾ ਹੈ। ਇਸ ਕਰਕੇ ਉਹਨਾਂ ਨੇ ਹਿੰਦੁਸਤਾਨ ਨੂੰ ਇੱਕ ਅਲਰਟ ਦਿੱਤਾ। ਇਹ ਉਹਨਾਂ ਨੂੰ ਵਾਰਨ ਕੀਤਾ ਵੀ ਕੀ ਹੋ ਰਿਹਾ, ਕਿਉਂਕਿ ਉਹ ਉਸ ਜਗ੍ਹਾ ਦਾ ਦੌਰਾ ਕਰਕੇ ਆਏ ਆ ਤੇ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਉੱਥੇ ਦੀ ਲੋਕਲ ਜਿਹੜੀਆਂ ਉਹਨਾਂ ਦੀਆਂ ਮਾਨਤਾਵਾਂ ਸੀ, ਉਹਨਾਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ, ਭੰਨ ਤੋੜ ਦਿੱਤਾ ਗਿਆ। ਪਰ ਜਿਸ ਰੂਪ ਵਿੱਚ ਬਾਬਰ ਜ਼ੋਰ ਜ਼ਬਰ ਨਾਲ ਸਮਾਜ, ਸੱਭਿਆਚਾਰ, ਅਮਲਾਂ ਉੱਪਰ ਹਮਲਾ ਕਰ ਰਿਹਾ ਸੀ, ਉਸ ਦੇ ਖਿਲਾਫ ਗੁਰੂ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਸੀ। ਵਿਦੇਸ਼ੀ ਹਮਲਾਵਰਾਂ ਦੇ ਇਸ ਸੰਸਕ੍ਰਿਤਿਕ ਹਮਲੇ ਤੋਂ ਹਿੰਦੁਸਤਾਨ ਨੂੰ ਆਗਾਹ ਵੀ ਕੀਤਾ ਗਿਆ ਸੀ। ਇੱਥੇ ਹਿੰਦੁਸਤਾਨ ਤੋਂ ਭਾਵ ਸਿੰਧੂ ਘਾਟੀ ਦੁਆਲੇ ਉਪਜੀ ਭਾਰਤੀ ਸੱਭਿਅਤਾ ਤੋਂ ਸੀ, ਕਿਸੇ ਸੰਪਰਦਾਇਕ ਪਛਾਣ ਵਾਲੇ ਖਿੱਤੇ ਤੋਂ ਨਹੀਂ। ਗੁਰੂ ਸਾਹਿਬ ਉਸ ਵੇਲੇ ਭਾਰਤੀ ਸੱਭਿਅਤਾ ਦੇ ਇਸ ਵਿਸ਼ਾਲ ਭੂਖੰਡ ਨੂੰ ਹੀ ਸੰਬੋਧਿਤ ਹੋ ਰਹੇ ਸਨ, ਜਿਸ ਵਿੱਚ ਪੁਰਾਤਨ ਸੱਭਿਅਤਾ ਵਿੱਚੋਂ ਉਪਜੇ ਗਿਆਨ ਕੇਂਦਰਿਤ ਧਰਮ ਅਤੇ ਕਰਮ ਦੇ ਵਿਵਹਾਰ ਦੀ ਏਕਤਾ ਪਸਰੀ ਹੋਈ ਸੀ। ਭਾਵੇਂ ਕਿ ਉਸ ਵੇਲੇ ਅਨੇਕਾਂ ਪੰਥ ਅਤੇ ਮਤ ਮੌਜੂਦ ਸਨ, ਪਰ ਧਰਮ ਬਾਰੇ ਚੇਤਨਾ ਤਕਰੀਬਨ ਇੱਕ ਸਮਾਨ ਸੀ। ਪਰ ਬਾਬਰ ਤੋਂ ਬਾਅਦ ਉਸ ਦੀਆਂ ਅਗਲੇਰੀਆਂ ਪੀੜ੍ਹੀਆਂ ਵੱਲੋਂ ਸਥਾਪਿਤ ਮੁਗਲ ਹਕੂਮਤ ਨੇ ਧਰਮ ਦੇ ਪਰੰਪਰਕ ਅਰਥਾਂ ਨੂੰ ਸੰਸਥਾਗਤ ਮਜ਼ਹਬ ਦੇ ਰੂਪ ਵਿੱਚ ਵੇਖਣ ਦੀ ਸੋਚ ਨੂੰ ਪ੍ਰਚਾਰਿਆ। ਮਤਲਬ ਕਿਵੇਂ ਇੱਥੇ ਧਰਮ ਦਾ ਜਿਹੜਾ ਅਰਥ ਹੈ ਉਹ ਮਜ਼ਹਬ ਦੇ ਰੂਪ 'ਚ ਆਉਣ ਲੱਗ ਗਿਆ। ਧਰਮ ਮਜ਼ਹਬ ਦਾ ਆਪਣਾ ਇੱਕ ਜੇ ਪੋਲੀਟੀਕਲ ਡਾਕਟਰੀਨ ਹੈ ਤਾਂ ਉਹਦੀ ਇੱਕ ਆਪਣੀ ਆਇਡੈਂਟੀਟੀ ਵੀ ਜ਼ਰੂਰੀ ਹੋ ਜਾਂਦੀ ਹੈ। ਇੱਥੇ ਧਰਮ ਦੀ ਆਇਡੈਂਟੀਟੀ ਦੀ ਕਦੇ ਲੋੜ ਹੈ ਹੀ ਨਹੀਂ ਸੀ, ਪਰ ਇੱਥੇ ਵੀ ਇੱਕ ਚੇਤਨਾ ਪੈਦਾ ਹੋ ਗਈ ਕਿ ਇਹਦੇ ਨਾਲੋਂ ਡਿਫਰੈਂਸ਼ੀਏਟ ਕਰਨ ਵਾਸਤੇ ਸਾਨੂੰ ਹੁਣ ਪਛਾਣ ਵੱਲ ਜਾਣਾ ਪਏਗਾ। ਜਦੋਂ ਪਛਾਣ ਵੱਲ ਜਾਣ ਦੀ ਸ਼ੁਰੂ ਹੁੰਦੀ ਹੈ ਨਾ, ਤਾਂ ਜਿਹੜਾ ਇੱਕ ਬ੍ਰਹਮ ਦਾ ਕਨਸੈਪਟ ਹੈ ਨਾ, ਜਿਹਦੇ ਵਿੱਚ ਵਿਲੀਨ ਹੋਣ ਦੀ ਗੱਲ ਹੈ, ਗੁਰੂ ਦੀ ਬਾਣੀ ਵੀ ਕਹਿ ਰਹੀ ਹੈ, ਉਹ ਉਸ ਤੋਂ ਉਲਟ ਚਲੇ ਜਾਂਦਾ ਸਾਰਾ ਜਿਹੜਾ ਇੱਕ ਨੈਰੇਟਿਵ ਹੈ। ਪਰ ਇਸਲਾਮ ਦੇ ਕੱਟੜ ਰੂਪ ਦੀ ਵਕਾਲਤ ਕਰਦਿਆਂ ਉਹਨਾਂ ਨੇ ਜਬਰੀ ਧਰਮ ਪਰਿਵਰਤਨ ਸ਼ੁਰੂ ਕੀਤਾ ਤੇ ਇਸ ਤੋਂ ਇਲਾਵਾ ਕੁਝ ਪ੍ਰਚਲਿਤ ਕੁਪ੍ਰਥਾਵਾਂ ਦੇ ਆਧਾਰ ਤੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਵੀ ਕੀਤਾ। ਅਜਿਹੀ ਸਥਿਤੀ ਵਿੱਚ ਆਮ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ, ਕਿਉਂਕਿ ਜਿਸ ਰੂਪ ਵਿੱਚ ਮੁਗਲ ਇਸਲਾਮ ਨੂੰ ਜਬਰੀ ਥੋਪ ਰਹੇ ਸਨ, ਉਸ ਦੇ ਨਾਲ-ਨਾਲ ਗੈਰ ਇਸਲਾਮੀ ਲੋਕਾਂ ਜਾਂ ਇਸਲਾਮ ਨੂੰ ਨਾ ਕਬੂਲ ਕਰਨ ਵਾਲਿਆਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਸੀ। ਜਿਵੇਂ ਕਿ ਇੱਕ ਦੋ ਮੈਂ ਕੋਟੇਸ਼ਨ ਦੇ ਰਿਹਾ, ਇਹਦੇ ਵਿੱਚ ਵੀ ਗਊ ਬ੍ਰਾਹਮਣ ਕੋ ਕਰ ਲਾਓ, ਗੋਬਰ ਤਰਨ ਨਾ ਜਾਈ। ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕੀ ਸਿਚੁਏਸ਼ਨ ਸੀਗੀ। ਤੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਇੱਥੇ ਮਲੇਛ ਸ਼ਬਦ ਵਰਤਿਆ ਜਾ ਰਿਹਾ, ਉਹਦਾ ਆਪਣਾ ਕੰਟੈਕਸਟ ਹੈ। ਮਲੇਛ ਦਾ ਮਤਲਬ ਏਲੀਅਨਸ, ਜੋ ਡਿਫਰੈਂਟ ਹੈ। ਮਲੇਛ ਕੋਈ ਗਾਲ ਨਹੀਂ, ਮਲੇਛ ਦਾ ਮਤਲਬ ਹੁੰਦਾ ਜੋ ਇੱਥੇ ਦੀ ਸੱਭਿਅਤਾ ਵਾਸਤੇ ਏਲੀਅਨ ਹੈ। ਅੰਤਰ ਪੂਜਾ ਪੜ੍ਹੇ ਕਤੇਬਾਂ, ਸੰਜਮ ਤੁਰਕਾ ਭਾਈ। ਕਿਵੇਂ ਕਨਵਰਜਨ ਸ਼ੁਰੂ ਹੋ ਗਈ ਹੈ, ਪਰ ਉਹਨਾਂ ਦੇ ਵਿੱਚ ਸੱਭਿਅਤਾ ਦਾ ਔਰ ਉੱਪਰਲੇ ਦਿਖਾਵੇ ਦਾ ਡਿਫਰੈਂਸ ਕਿਵੇਂ ਹੈ। ਛੋਡੀ ਲੈ ਪਾਖੰਡਾ, ਨਾਮ ਲਈਏ ਜਾਏ ਤਰਨੀ। ਇੱਥੇ ਜਿਵੇਂ ਦੇਵਲ ਦੇਵਤਿਆਂ ਦੀ ਵੀ ਗੱਲ ਜਿਹੜੀ ਅੱਗੇ। ਅਜਿਹੀ ਰਾਜਨੀਤਿਕ ਸਥਿਤੀ ਦੇ ਚੱਲਦਿਆਂ ਲੋਕ ਮਾਨਸਿਕ ਗੁਲਾਮੀ ਦੇ ਸ਼ਿਕਾਰ ਹੋਣਾ ਸ਼ੁਰੂ ਹੋ ਗਏ ਸਨ। ਇਹ ਕੰਟੈਕਸਟ ਹੈ ਜਿਹੜਾ ਉੱਥੇ ਦੀ ਸਮਾਜਿਕ ਵਿਵਸਥਾ ਨੂੰ ਔਰ ਭਾਰਤੀ ਸਮਾਜਿਕਤਾ ਨੂੰ ਅਸਰ ਅੰਦਾਜ਼ ਕਰਨਾ ਸ਼ੁਰੂ ਕਰ ਚੁੱਕੀ ਸੀਗੀ। ਉਸ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ ਹੁਣ ਕਿ ਕਿਸ ਤਰ੍ਹਾਂ ਜਿਹੜਾ ਮੁਗਲਾਂ ਨੇ ਇਸਲਾਮ ਦੇ ਨਾਲ ਇੱਕ ਗਲਬਾ ਜਿਹੜਾ ਲੋਕਾਂ ਦੇ ਮਾਨਸਿਕਤਾ ਦੇ ਉੱਤੇ ਪਾ ਲਿਆ ਸੀਗਾ, ਡਰ ਨਾਲ, ਲਾਲਚ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ। ਕੋਈ ਵੀ ਰਾਜਾ ਇਹਨਾਂ ਦੀ ਰਾਖੀ ਕਰਨ ਦੇ ਕਾਬਿਲ ਨਹੀਂ ਰਿਹਾ ਸੀ। ਜੋ ਉਸ ਵੇਲੇ ਦੇ ਰਾਜਿਆਂ ਦੇ ਸੈਨਿਕ ਸਨ, ਉਹ ਵੀ ਆਪਣਾ ਛਤਰੀ ਧਰਮ ਛੱਡ ਕੇ ਹਮਲਾਵਰਾਂ ਨਾਲ ਰਲ ਗਏ ਸਨ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ। ਸ੍ਰਿਸ਼ਟੀ ਸਭ ਇੱਕ ਵਰਣ ਹੋਈ, ਧਰਮ ਕੀ ਗਤਰੇ। ਇੱਥੇ ਹੁਣ ਇਹਨਾਂ ਕੰਟੈਕਸਟ ਨੂੰ, ਗੁਰੂ ਨਾਨਕ ਦੀ ਬਾਣੀ ਨੂੰ ਜੇ ਅਸੀਂ
ਆਪਣੀ ਹਿਸਟਰੀ ਰਾਈਟਿੰਗ ਵਾਸਤੇ ਸਰੋਤ ਦੇ ਰੂਪ ਚ ਵਰਤਾਂਗੇ ਤਾਂ ਸਾਨੂੰ ਅਸਲੀ ਜਿਹੜੀ ਹੈ ਨਾ ਸੋਸ਼ਲ ਹਿਸਟਰੀ ਉਹਦੇ ਚੋਂ ਅਸੀਂ ਲੱਭ ਸਕਦੇ ਹਾਂ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਧਰਮ ਨੂੰ ਪੇਸ਼ ਖਤਰੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਉਸ ਵੇਲੇ ਦੀ ਅਸਲ ਹਕੀਕਤ ਨੂੰ ਵੀ ਆਪਣੀ ਬਾਣੀ ਰਾਹੀਂ ਪੇਸ਼ ਕੀਤਾ ਹੈ। ਧਾਰਮਿਕ ਆਜ਼ਾਦੀ ਉੱਪਰ ਇਹ ਜ਼ੋਰ ਜ਼ਬਰ ਗੁਰੂ ਸਾਹਿਬਾਨ ਨੂੰ ਬਹੁਤ ਅਸਹਿਜ ਲੱਗ ਰਿਹਾ ਸੀ। ਇਸ ਲਈ ਉਸ ਵੇਲੇ ਦੇ ਪੂਰੇ ਭਗਤੀ ਕਾਲ ਵਿੱਚ ਹੀ ਅਜਿਹੀ ਚੁਣੌਤੀ ਪੂਰਨ ਸਥਿਤੀ ਦਾ ਮੁਕਾਬਲਾ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਸੀ। ਗੁਰੂ ਅਰਜਨ ਦੇਵ ਜੀ ਦਾ ਸਮਾਂ ਵੀ ਬਹੁਤ ਚੁਣੌਤੀਆਂ ਭਰਪੂਰ ਸੀ। ਉਸ ਵੇਲੇ ਜਹਾਂਗੀਰ ਮੁਗਲ ਬਾਦਸ਼ਾਹ ਸੀ ਤੇ ਉਸਨੇ ਵੀ ਇਸਲਾਮ ਦੇ ਹੱਕ ਵਿੱਚ ਦੂਜੇ ਧਰਮਾਂ ਅਤੇ ਮਾਨਤਾਵਾਂ ਦਾ ਦਮਨ ਜਾਰੀ ਰੱਖਿਆ। ਗੁਰੂ ਅਰਜਨ ਦੇਵ ਜੀ ਉਸ ਵੇਲੇ ਪੰਜਾਬ ਵਿੱਚ ਹੀ ਮੌਜੂਦ ਸਨ ਅਤੇ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਸਮੇਂ ਵਜੋਂ ਸਿੱਖ ਪੰਥ ਦੀ ਅਗਵਾਈ ਕਰ ਰਹੇ ਸਨ। ਜਹਾਂਗੀਰ ਦੇ ਹੁਕਮ ਉੱਤੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੀ ਸ਼ਹੀਦੀ ਲਈ ਕਈ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ, ਪਰ ਸਭ ਤੋਂ ਸਟੀਕ ਜਾਣਕਾਰੀ ਖੁਦ ਜਹਾਂਗੀਰ ਦੇ ਸ਼ਬਦਾਂ ਵਿੱਚ ਹੀ ਦਰਜ ਮਿਲਦੀ ਹੈ। ਜਹਾਂਗੀਰ ਖੁਦ ਵੀ ਆਪਣੀ ਸਵੈ ਜੀਵਨੀ ਤੁਜ਼ਕੇ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਬਿਆਸ ਦਰਿਆ ਕੰਢੇ ਗੋਇੰਦਵਾਲ ਨਗਰ ਵਿੱਚ ਇੱਕ ਪੀਰਾਂ ਬਜ਼ੁਰਗਾਂ ਦੇ ਭੇਸ ਵਿੱਚ ਅਰਜਨ ਨਾਮ ਦੇ ਹਿੰਦੂ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾ ਕੇ ਆਪਣੀ ਪੀਰੀ ਦਾ ਢੋਲ ਉੱਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਆਖਦੇ ਸਨ। 3-4 ਪੀੜ੍ਹੀਆਂ ਤੋਂ ਇਹ ਦੁਕਾਨ ਚੱਲ ਰਹੀ ਸੀ। ਚਿਰ ਤੋਂ ਮੈਂ ਸੋਚ ਰਿਹਾ ਸਾਂ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ ਜਾਂ ਇਸ ਗੁਰੂ ਨੂੰ ਇਸਲਾਮ ਵਿੱਚ ਲੈ ਆਂਦਾ ਜਾਵੇ। ਇਹਨਾਂ ਦਿਨਾਂ 'ਚ ਹੀ ਹਕੂਮਤ ਦਾ ਬਾਗੀ ਖੁਸਰੋ ਇੱਧਰ ਆਇਆ ਤਾਂ ਇਸ ਗੁਰੂ ਨੇ ਉਸ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾ ਕੇ ਜਿੱਥੇ ਉਸ ਦੀ ਕਾਮਯਾਬੀ ਦੀ ਅਰਦਾਸ ਕੀਤੀ, ਉੱਥੇ ਮਾਲੀ ਸਹਾਇਤਾ ਵੀ ਕੀਤੀ। ਜਦੋਂ ਮੈਨੂੰ ਇਸ ਦਾ ਪਤਾ ਲੱਗਾ ਤਾਂ ਮੈਂ ਹੁਕਮ ਕੀਤਾ ਕਿ ਇਸ ਗੁਰੂ ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ। ਉਸ ਦਾ ਘਰ ਘਾਟ ਬੱਚੇ ਅਤੇ ਮਾਲ ਅਸਬਾਬ ਮੁਰਤਜ਼ਾ ਖਾਨ ਦੇ ਹਵਾਲੇ ਕਰਕੇ ਇਸ ਨੂੰ ਯਾਸਾ ਦੰਡ ਦੇ ਕੇ ਮਾਰ ਦਿੱਤਾ ਜਾਵੇ। ਤੇ ਯਾਸਾ ਦੰਡ ਜਿਹੜਾ ਤੁਸੀਂ ਜਾਣਦੇ ਹੋਗੇ ਕਿ ਉਹਦਾ ਕੀ ਪਰਪਸ ਹੁੰਦਾ ਹੈ ਨਾ, ਵੀ ਖੂਨ ਦਾ ਇੱਕ ਵੀ ਤੁਪਕਾ ਜਿਹੜਾ ਨੀਚੇ ਨਾ ਡਿੱਗੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਇਹ ਵਿਦਰੋਹੀ ਹੈ। ਸੋ ਉਹ ਜੇ ਜਹਾਂਗੀਰ ਇਸ ਨੂੰ ਕਰ ਰਿਹਾ ਔਰ ਅਸੀਂ ਇਸ ਹਿਸਟਰੀ ਨੂੰ ਪੜ੍ਹ ਵੀ ਰਹੇ ਹਾਂ ਔਰ ਇਹਨਾਂ ਲੀਹਾਂ ਤੇ ਅਸੀਂ ਆਪਣੀ ਹਿਸਟਰੀ ਨੂੰ ਸਿਰਜ ਰਹੇ ਹਾਂ ਤਾਂ ਅਸੀਂ ਜਹਾਂਗੀਰ ਨੂੰ ਜਸਟੀਫਾਈ ਕਰਦੇ। ਉਹਨੂੰ ਜੇ ਵਧੀਆ ਇੱਕ ਰਾਜਾ ਕਹਿੰਦੇ ਆ ਨਾ ਤਾਂ ਅਸੀਂ ਫਿਰ ਇਸ ਉਹਨਾਂ ਦੇ ਇਹਨਾਂ ਅਮਲਾਂ ਨੂੰ ਵੀ ਅਸੀਂ ਜਸਟੀਫਾਈ ਕਰਦੇ ਹਾਂ। ਮੁਗਲਾਂ ਵੱਲੋਂ ਇਸਲਾਮ ਤੋਂ ਇਲਾਵਾ ਬਸ ਇੱਕ ਕਦਮ ਕਿਸੇ ਹੋਰ ਧਰਮ ਜਾਂ ਮਤ ਵਿੱਚ ਆਸਥਾ ਰੱਖਣ ਵਾਲੇ ਲਈ ਕਾਫਰ ਦਾ ਦਰਜਾ ਐਲਾਨਿਆ ਗਿਆ ਸੀ। ਦੂਜੇ ਧਰਮਾਂ ਦੇ ਲੋਕਾਂ ਉੱਪਰ ਮਹਿਸੂਲ ਲਗਾਉਣਾ, ਧਰਮ ਪਰਿਵਰਤਨ ਲਈ ਯਾਤਨਾਵਾਂ ਦੇਣਾ ਅਤੇ ਲਾਲਚ ਆਦਿ ਦੇਣ ਵਰਗੇ ਹੋਰ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਸਨ। ਧਰਮ ਵਿੱਚ ਪ੍ਰਚਲਿਤ ਕੁਰੀਤੀਆਂ ਦੇ ਨਾਲ-ਨਾਲ ਜਬਰੀ ਧਰਮ ਪਰਿਵਰਤਨ ਵਰਗੀਆਂ ਘਟਨਾਵਾਂ ਨੇ ਲੋਕਾਈ ਨੂੰ ਹਨੇਰੇ ਵਿੱਚ ਧਕੇਲ ਦਿੱਤਾ ਸੀ। ਇੱਥੇ ਕੱਲ ਕਾਤੇ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਇੱਥੇ ਵੀ ਧਰਮ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਦੀ ਦੁਰਗਤੀ ਹੋਈ ਹੈ। ਇਸ ਤਰ੍ਹਾਂ ਦੀ ਰਾਜਨੀਤਿਕ ਚੇਤਨਾ ਨਾਲ ਗੁਰੂ ਸਾਹਿਬਾਨ ਨੇ ਭਾਰਤੀ ਸੱਭਿਅਤਾ ਦੇ ਮੂਲ ਧਾਰਮਿਕ ਮੁੱਲਾਂ ਦੀ ਰਾਖੀ ਲਈ ਸ਼ਾਸਤਰ ਦੇ ਨਾਲ ਸ਼ਸਤਰ ਰੱਖਣ ਦੀ ਲੋੜ ਵੀ ਮਹਿਸੂਸ ਕੀਤੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨ ਕੇ ਸ਼ਾਸਤਰ ਅਤੇ ਸ਼ਸਤਰ ਦੀ ਲੋੜ ਨੂੰ ਪੂਰਾ ਕਰਨ ਦਾ ਉਪਰਾਲਾ ਕੀਤਾ। ਰਾਜਸੀ ਪੱਧਰ ਤੇ ਅਜਿਹੀਆਂ ਕਠਨ ਪਰਿਸਥਿਤੀਆਂ ਜਾਰੀ ਰਹੀਆਂ ਅਤੇ ਗੁਰੂ ਸਾਹਿਬਾਨ ਦੇ ਧਰਮ ਉਪਦੇਸ਼ਾਂ ਦੇ ਕਾਰਜਾਂ ਵਿੱਚ ਵੀ ਕੋਈ ਨਾ ਕੋਈ ਦਖਲਅੰਦਾਜ਼ੀ ਕਰਨ ਦੀ ਚੇਸ਼ਟਾ ਕੀਤੀ ਜਾਂਦੀ ਰਹੀ। ਪਰ ਮੁਗਲ ਸੱਤਾ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਦੇ ਬਾਵਜੂਦ ਗਿਆਨ ਗੋਸ਼ਟ ਰਾਹੀਂ ਵਿਰੋਧੀ ਵਿਚਾਰਾਂ ਵਾਲੇ ਵਿਅਕਤੀਆਂ ਨੂੰ ਵੀ ਸਨਮਾਨ ਦੇਣ ਦੀ ਪਰੰਪਰਾ ਸਿਰਫ ਇਸੇ ਮਿੱਟੀ ਵਿੱਚ ਸ਼ਾਮਲ ਹੈ। ਇਸ ਲਈ ਆਪਣੇ ਵਿਰਸੇ ਦੀ ਇਸ ਪਛਾਣ ਨੂੰ ਕਾਇਮ ਰੱਖਣ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇਣ ਦੀ ਪੇਸ਼ਕਸ਼ ਕੀਤੀ। ਇੱਥੇ ਕੰਟੈਕਸਟ ਬਣਦਾ ਉਹਨਾਂ ਦਾ ਕਿ ਜਿਸ ਟ੍ਰੇਨਿੰਗ ਚੋਂ, ਜਿਸ ਮਾਨਸਿਕਤਾ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਜੀਵਨ ਬਿਤਾਇਆ ਸੀਗਾ, ਉਹ ਪ੍ਰੀਪੇਅਰਡ ਸੀਗੇ। ਉੱਥੇ ਕਸ਼ਮੀਰੀ ਪੰਡਤਾਂ ਦਾ ਆਉਣਾ ਇੱਕ ਬਹਾਨਾ ਮਾਤਰ ਸੀਗਾ, ਅਦਰਵਾਈਜ਼ ਉਹ ਇੱਕ ਸਟੈਂਡ ਲੈਣ ਵਾਸਤੇ ਤਿਆਰ ਸੀਗੇ, ਕਿਉਂਕਿ
ਗੁਰੂ ਦੇ ਪੂਰੇ ਜੀਵਨ ਦੇ ਵਿੱਚ ਪੂਰੇ ਜਿਹੜਾ ਸਾਡਾ ਇਤਿਹਾਸ ਚੱਲ ਰਿਹਾ ਸੀਗਾ ਉਹਦੇ 'ਚ ਮੌਜੂਦ ਸੀਗਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵਿੱਚ ਪੂਰੇ ਉੱਤਰ ਭਾਰਤ ਵਿੱਚ ਮੁਗਲਾਂ ਨੇ ਗੈਰ ਮੁਸਲਮਾਨਾਂ ਅਰਥਾਤ ਹਿੰਦੂ ਧਰਮ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਉੱਪਰ ਜ਼ੋਰ ਜ਼ਬਰ ਅਤੇ ਤਸ਼ੱਦਦ ਜਾਰੀ ਰੱਖਿਆ। ਇਸ ਸਾਰੀ ਸਥਿਤੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਭਲੀ ਭਾਂਤ ਦੇਖ ਅਤੇ ਸਮਝ ਰਹੇ ਸਨ। ਕਸ਼ਮੀਰੀ ਪੰਡਤਾਂ ਦਾ ਇੱਕ ਜਥਾ ਜਦ ਆਪਣੀ ਫਰਿਆਦ ਲੈ ਕੇ ਗੁਰੂ ਸਾਹਿਬ ਕੋਲ ਪਹੁੰਚਦਾ ਹੈ ਤਾਂ ਘੜੀ ਘੜੀ ਹਿੰਦੁਸਤਾਨ ਦੇ ਇਤਿਹਾਸ ਦੀ ਬਹੁਤ ਅਹਿਮ ਘਟਨਾ ਬਣ ਜਾਂਦੀ ਹੈ। ਗੁਰੂ ਸਾਹਿਬ ਔਰੰਗਜ਼ੇਬ ਦੀਆਂ ਕਰੂਰ ਨੀਤੀਆਂ ਦੇ ਅਹਿੰਸਕ ਪ੍ਰਤੀਕਰਮ ਵਜੋਂ ਆਪਣਾ ਸੀਸ ਦੇਣ ਲਈ ਤਿਆਰ ਹੋ ਜਾਂਦੇ ਹਨ। ਗੁਰੂ ਸਾਹਿਬ ਦਾ ਇਹ ਫੈਸਲਾ ਇੱਕ ਲਾਸਾਨੀ ਮਿਸਾਲ ਹੈ, ਕਿਉਂਕਿ ਉਹ ਜਾਣਦੇ ਸਨ ਕਿ ਮੁਗਲਾਂ ਨੂੰ ਇਹ ਗੱਲ ਹਥਿਆਰ ਚੁੱਕ ਕੇ ਸਮਝਾਉਣ ਦਾ ਵੇਲਾ ਹਲੇ ਨਹੀਂ ਆਇਆ ਸੀ। ਮੁਗਲ ਹੁਕਮਰਾਨ ਔਰੰਗਜ਼ੇਬ ਗੁਰੂ ਸਾਹਿਬ ਦੀ ਸਿਦਕ ਪਰਖਣਾ ਚਾਹੁੰਦਾ ਸੀ, ਜਿਸ ਵਿੱਚ ਉਸ ਨੂੰ ਹਾਰ ਹੋਈ ਅਤੇ ਇੱਥੇ ਹੁਣ ਹਾਰ ਉਸ ਔਰੰਗਜ਼ੇਬ ਦੀ ਹੋਈ ਹੈ, ਜਿਸ ਨੂੰ ਦ ਗ੍ਰੇਟ ਮੁਗਲ ਕਹਿ ਕੇ ਔਰੰਗਜ਼ੇਬ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਪਰ ਜੇ ਅਸੀਂ ਸਿੱਖ ਚੇਤਨਾ ਦੇ ਨਾਲ ਔਰ ਸਿੱਖ ਇਤਿਹਾਸ ਨੂੰ ਸਿਰਜਣਾ ਹੋਏ ਤਾਂ ਇੱਥੇ ਹਾਰ ਜਿਹੜੀ ਹੈ ਉਸ ਔਰੰਗਜ਼ੇਬ ਦੀ ਹੋਈ, ਜਿਹੜਾ ਗੁਰੂ ਸਾਹਿਬ ਨੂੰ ਪਰਖ ਰਿਹਾ ਸੀਗਾ ਕਿ ਮੈਂ ਸਿਦਕ, ਔਰ ਗੁਰੂ ਸਾਹਿਬ ਨੇ ਉਹਨਾਂ ਨੂੰ ਡਿਫੀਟ ਕੀਤਾ ਆਪਣਾ ਸੀਸ ਦੇ ਕੇ ਕਿ ਤੂੰ ਮੈਨੂੰ ਮੇਰਾ ਧਰਮ ਨਹੀਂ ਬਦਲ ਸਕਦਾ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਵੀ ਗੱਲ ਹੈ ਕਿ ਉਹਨਾਂ ਨੇ ਵੀ 3 ਸ਼ਬਦ ਬੋਲਣੇ ਸੀ, ਜਿਹੜੀ ਸਵੇਰੇ ਗੱਲ ਹੋ ਰਹੀ ਸੀਗੀ, ਕਬੂਲ ਨਹੀਂ ਕੀਤਾ ਬੋਲਣਾ, ਕਿਉਂਕਿ ਉਹਨੂੰ ਪਤਾ ਹੈ ਕਿ ਬੋਲਣ ਨਾਲ ਜਾਨ ਬਖਸ਼ ਰਹੀ ਹੈ। ਜਾਂ ਅੱਜ ਦੇ ਦੌਰ ਦੇ ਵਿੱਚ ਕਹੀਏ ਤਾਂ ਕਿ ਵੋਟਾਂ ਮਿਲ ਰਹੀਆਂ ਹੋਣ ਤਾਂ ਵੀ ਬੋਲਿਆ ਜਾ ਸਕਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਗੁਰੂਆਂ ਨੂੰ ਪਿੱਠ ਦਿਖਾਉਣ ਵਾਲਾ ਕੰਮ ਹੈ। ਜੋ ਐਡੀ ਵੱਡੀ ਉਹਨਾਂ ਨੇ ਸਾਨੂੰ ਇੱਕ ਆਜ਼ਾਦੀ ਦਿੱਤੀ ਇਸ ਡਰ ਤੋਂ ਕਿ ਕਿਵੇਂ ਮੁਕਤ ਰਹਿਣਾ, ਉਹ ਸਮਾਂ ਹੁਣ ਹੈ ਕਿ ਆਪਣੇ ਇਤਿਹਾਸ ਨੂੰ ਅਸੀਂ ਸਹੀ ਅਰਥਾਂ ਦੇ ਵਿੱਚ ਔਰ ਬਿਨਾਂ ਕਿਸੇ ਸਿਆਸਤ ਤੋਂ, ਬਿਨਾਂ ਕਿਸੇ ਰਾਜਨੀਤੀ ਤੋਂ ਸਹੀ ਅਰਥਾਂ ਵਿੱਚ ਸਮਝੀਏ ਤੇ ਉਹਨੂੰ ਆਪਣੇ ਅਗਲੀ ਜਨਰੇਸ਼ਨਸ ਜਿਹੜੀਆਂ, ਸਾਡਾ ਤਾਂ ਇੱਕ ਦੂਸਰੇ ਦੇ ਨਾਲ ਇੰਟਰੈਕਸ਼ਨ 'ਚ ਅਸੀਂ ਸ਼ਾਇਦ ਇਸ ਤੇ ਕਿਸੇ ਨਾ ਕਿਸੇ ਰੂਪ 'ਚ ਪਹੁੰਚ ਵੀ ਜਾਵਾਂਗੇ, ਪਰ ਹੁਣ ਤੱਕ ਮੈਨੂੰ ਜਿੰਨੇ ਵੀ ਇਤਿਹਾਸ ਦੇ ਸਰੋਤ ਮਿਲਦੇ ਆ, ਭਾਵੇਂ ਉਹ ਅੰਗਰੇਜ਼ੀ ਦੇ ਹੋਣ, ਹਿੰਦੀ ਦੇ ਹੋਣ ਤੇ ਪੰਜਾਬੀ ਤਾਂ ਉਹਨਾਂ ਦੇ ਉੱਪਰ ਡਿਪੈਂਡ ਕਰਕੇ ਕੀਤੀ ਹੈ, ਉਹ ਸਾਰੇ ਦੇ ਸਾਰੇ ਮੈਨੂੰ ਲੱਗਦਾ ਹੈ ਸਿੱਖ ਇਤਿਹਾਸ ਨਾਲ ਇਨਸਾਫ ਨਹੀਂ ਕਰਦੇ ਔਰ ਨਾ ਹੀ ਗੁਰੂ ਤੇਗ ਬਹਾਦਰ ਜੀ ਦੀ ਇਸ ਲਾਸਾਨੀ ਸ਼ਹਾਦਤ ਦੇ ਉੱਪਰ ਜਾਂ ਬਲੀਦਾਨ ਉੱਪਰ ਕੋਈ ਉਹ ਬਹੁਤ ਵੱਡਾ ਉਹਨੂੰ ਪ੍ਰਸੰਗਿਕ ਬਣਾਉਂਦੇ ਆ ਤੇ ਨਾ ਉਹਨਾਂ ਨਾਲ ਕੋਈ ਇਹ ਜਸਟੀਫਿਕੇਸ਼ਨ ਲੱਗਦੀ ਹੈ। ਤੁਸੀਂ ਮੇਰੀ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ।